ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ, ਮੈਂ ਕਵਾਂ ਇਹ ਤਾਂ ਰਹਿੰਦੀ ਨਾਲ ਨਾਲ ਤੁਰਦੀ। ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ, ਸ਼ਾਇਰਾਂ ਤੋਂ ਰੰਗਤਾਂ ਉਧਾਰੀਆਂ ਸੀ ਦਿੱਤੀਆਂ। ਸਾਡੇ ਗਵਾਂਢ ਰਹਿੰਦਾ ਕੋਈ ਪੀਰ ਸੀ, ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ। ਨਾ ਦੱਸਾਂ ਤਾਂ ਸ਼ਿਵ ਉਹਦਾ ਨਾਂ ਸੀ, ਮੇਰਾ ਸ਼ਹਿਰ ਉਹਦਾ ਸ਼ਹਿਰ ਬਟਾਲਾ ਹੀ ਗਰਾਂ ਸੀ। ਲੱਗਦਾ ਏ ਅਸਰ ਉਸ ਤੇ ਜ਼ਰੂਰ ਏ, ਬਾਕੀ ਤੇ ਸੱਤੀ ਦੇ ਨਾਮ ਤੇ ਮਿਹਰਬਾਨ ਵੀ ਹਜ਼ੂਰ ਏ। ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ, ਮੁਹੱਬਤ ਕਰਦੇ ਨੇ ਉਹ ਮੈਨੂੰ, ਕਿਉਂਕਿ ਜਿਹੜੇ ਲੋਕ ਸਿੱਖਦੇ ਨਹੀਂ, ਜਿਹੜੇ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਦੇ, ਉਹ ਫਿਰ ਜ਼ਿੰਦਗੀ 'ਚ ਗਰੋਥ ਨਹੀਂ ਕਰਦੇ। ਗਰੋਥ ਕਿਹੜੀ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ। ਪੈਸਾ ਕਮਾਉਣਾ, ਵੱਡਾ ਘਰ, ਇਹ ਤਾਂ ਸਭ ਚੀਜ਼ਾਂ ਮੇਰੇ ਕੋਲ 10 ਸਾਲ ਪਹਿਲਾਂ ਦੀਆਂ, ਲੇਕਿਨ ਮੈਨੂੰ ਇਹ ਲੱਗਦਾ ਸੀਗਾ ਕਿ ਇਲਮ ਜਿਹੜਾ ਹੈ, ਜਿਹੜੀ ਤੁਹਾਡੀ ਅਕਲ ਹੈ, ਉਹਦਾ ਦਾਇਰਾ ਰੋਜ਼ ਵੱਡਾ ਹੋਣਾ ਚਾਹੀਦਾ ਹੈ। ਮੇਰੇ ਫਾਦਰ ਸਾਹਿਬ ਦਾ ਇਹ ਸੁਪਨਾ ਸੀ ਕਿ ਮੈਂ ਕਲਾਕਾਰ, ਉਹਨਾਂ ਨੇ ਮੈਨੂੰ ਵਕੀਲ ਹੀ ਬਣਾਉਣਾ ਚਾਹਿਆ ਸੀਗਾ ਵੀ ਵੈਸੇ ਚਾਹੁੰਦੇ ਜੱਜ ਬਣਨਾ ਸੀ। ਮੈਂ ਆਰਟ ਨਾਲ ਜ਼ਿਆਦਾ ਪਿਆਰ ਸੀ ਅਤੇ ਮੈਂ ਆਰਟਿਸਟ ਆਪਣੀ ਚੋਇਸ ਨਾਲ ਬਣੀ ਸੀ, ਅਤੇ ਮੈਨੂੰ ਇਹ ਲੱਗਾ ਕਿ ਮੈਂ ਉਹਨਾਂ ਦਾ ਸੁਪਨਾ ਵੀ ਜ਼ਰੂਰ ਪੂਰਾ ਕਰਨਾ। ਮੈਂ DAV ਕਾਲਜ ਦੀ 4 ਸਾਲ ਸਟੂਡੈਂਟ ਲੀਡਰ ਵੀ ਰਹੀ। ਅਸੀਂ ਸ਼ਹਿਰ ਵੀ ਬੰਦ ਕੀਤਾ, ਸੋ ਉਦੋਂ ਬੜਾ ਮਤਲਬ ਮੈਂ ਬੜੀ ਪਾਪੂਲਰ ਹੋ ਗਈ ਸੀ। ਪਰ ਮੇਰੀ ਮੰਮੀ ਨੇ ਇੱਕ ਗੱਲ ਬੜੀ ਵਧੀਆ ਕੀਤੀ ਸੀ, ਸਾਨੂੰ ਸਟਿਚਿੰਗ ਵਗੈਰਾ ਬੜੀ ਉਹਨਾਂ ਨੇ ਸਿਖਾਈ ਸੀ। ਅਸੀਂ 8ਵੀਂ 9ਵੀਂ 'ਚ ਕੱਪੜੇ ਵਧੀਆ ਸੀ ਲੈਂਦੀ ਸੀ। ਮੈਂ ਮਤਲਬ ਅੱਜ ਤੱਕ ਜਿਹੜੇ ਵੀ ਸਟੇਜ 'ਤੇ ਕੱਪੜੇ ਨੇ, ਕੋਈ ਛੋਟਾ ਵੱਡਾ ਉਹ 19 ਵੀ ਹੋ ਜਾਵੇ, ਮੈਂ ਆਪ ਹੀ ਠੀਕ ਕਰ ਲੈਂਦੀ ਹਾਂ। ਦਬਕਿਆ ਵੀ ਸਤਿੰਦਰ ਇਹਦਾ ਨਾਮ, ਅਤੇ ਉਹ ਫਿਰ ਪ੍ਰੀਤੀ ਦੀਦੀ ਅਤੇ ਮਾਨ ਸਾਹਿਬ ਦੋਨੋਂ ਹੀ ਮੈਨੂੰ ਸੱਤੀ ਕਹਿਣ ਲੱਗ ਪਏ। ਉਹਨਾਂ ਦੇ ਘਰ ਬੈਠੇ ਉਹ ਕਹਿੰਦੇ ਵੀ ਹੁਣ ਸਤਿੰਦਰ ਬੜਾ ਔਖਾ ਹੈ, ਮੈਨੂੰ ਸੱਤੀ ਕਿਆ ਕਰਾਂਗੇ। ਉਹਨਾਂ ਨੂੰ, ਸਿਆਣੇ ਬੰਦਿਆਂ ਨੂੰ ਕੋਈ ਕਵੇ ਨਾ, ਤੇ ਸਾਡੇ ਪੰਜਾਬ ਦੀ ਇਹ ਰਿਵਾਜ਼ ਹੈ ਕਿ ਉਹ ਉਹਨੂੰ ਮੰਨਦੇ ਨਹੀਂ। ਉਹ ਕਹਿੰਦੇ ਵੀ ਅਕਲ ਸਿਰਫ, ਉਹ ਕਹਿੰਦੇ ਬਦਾਮ ਖਾਣ ਨਾਲ ਤੇ ਵਾਲ ਚਿੱਟੇ ਕਰਨ ਨਾਲ ਆਉਂਦੀ ਹੈ। ਸੰਸਥਾ ਬਣ ਕੇ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਜਾਂ ਉਹਨਾਂ ਦਾ ਭਵਿੱਖ ਸਾਂਭਿਆ ਜਾਏ ਜਿਨ੍ਹਾਂ ਨੇ ਸਾਡੀਆਂ ਲੋਕ ਪਰੰਪਰਾਵਾਂ, ਲੋਕ ਧਾਰਾਵਾਂ ਨੂੰ ਸਾਂਭਿਆ ਹੋਇਆ। ਪਰ ਉਹ, ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਫਿਰ ਮੈਂ ਕਿਹਾ ਵੀ ਇਹਨਾਂ ਨਾਲ ਮੈਂ ਜੇ ਇਹਨਾਂ ਨੂੰ ਸਮਝਾਉਣ ਲੱਗੀ ਤਾਂ ਗੱਲ ਔਖੀ ਹੋ ਜਾਣੀ, ਕੁਛ ਹੋਰ ਕਰ ਲੈਂਦੀ ਹਾਂ। ਫਿਰ ਮੈਂ ਵਕੀਲ ਬਣ। ਪ੍ਰੋ ਪੰਜਾਬ TV ਦੇਖਣ ਵਾਲਾ ਦਾ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਗੱਲ ਕਰਾਂਗੇ ਜੀ ਉਸ ਪ੍ਰੋਗਰਾਮ ਤੋਂ ਜਿਹੜਾ ਦੂਰਦਰਸ਼ਨ ਦੇ ਉੱਪਰ ਬਹੁਤ ਪਪੂਲਰ ਪ੍ਰੋਗਰਾਮ ਰਿਹਾ, ਲਿਸ਼ਕਾਰਾ। ਅਤੇ ਉਹਨਾਂ ਦੇ ਵਿੱਚ ਇੱਕ ਮੇਨ ਜਿਨ੍ਹਾਂ ਦਾ ਰੋਲ ਹੁੰਦਾ ਸੀ, ਉਹ ਹੁੰਦੇ ਸੀ ਸਤਿੰਦਰ ਸੱਤੀ ਜੀ। ਅਤੇ ਆਵਾਜ਼ ਜਦੋਂ ਉਹਨਾਂ ਦੀ ਸੁਣਦੇ ਸੀ, ਅਤੇ ਕਈ ਵਾਰੀ ਇਹ ਹੁੰਦਾ ਕਿ ਜੇ ਅਗਰ TV ਤੋਂ ਅਸੀਂ ਦੂਰ ਵੀ ਹੁੰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਲਿਸ਼ਕਾਰਾ ਸ਼ੁਰੂ ਹੋ ਗਿਆ। ਅਤੇ ਉਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਰਹਿੰਦੀ ਹੁੰਦੀ ਸੀ ਕਿ ਜਿਹੜੀ ਸ਼ਾਇਰੀ ਸਾਨੂੰ ਸੁਣਨ ਨੂੰ ਮਿਲਦੀ ਹੁੰਦੀ ਸੀ, ਜਿਹੜੀ ਉਸ ਸਮੇਂ ਦੇ ਵਿੱਚ ਬਹੁਤ ਘੱਟ ਮਤਲਬ TV ਦੇ ਉੱਪਰ ਐਂਕਰ ਇਸ ਤਰ੍ਹਾਂ ਕਰਦੇ ਹੁੰਦੇ ਸੀ। ਅਤੇ ਉਹ ਅੱਜ ਕੱਲ੍ਹ ਕੈਲਗਰੀ ਦੇ ਵਿੱਚ ਨੇ, ਅਤੇ ਅੱਜ ਕੱਲ੍ਹ ਉਹ ਵਕੀਲ ਬਣ ਗਏ ਨੇ। ਅਤੇ ਅੱਜ ਅਸੀਂ ਉਹਨਾਂ ਨਾਲ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਬਟਾਲੇ ਤੋਂ ਲੈ ਕੇ ਕੈਲਗਰੀ ਤੱਕ ਦੀ ਸਫ਼ਰ ਦੀਆਂ, ਉਹਨਾਂ ਦੀਆਂ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਨਾਲ ਕਰਾਂਗੇ। ਅਤੇ ਸੱਤੀ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬੁੱਟਰ ਸਾਹਿਬ, ਔਰ ਪ੍ਰੋ ਪੰਜਾਬ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਮੇਰੇ ਵੱਲੋਂ ਸਵਾਗਤ ਜੀ। ਸੱਤੀ ਜੀ, ਹੁਣ ਤੁਹਾਨੂੰ ਅਸੀਂ ਕਿਸ ਤਰ੍ਹਾਂ ਅਸੀਂ ਤੁਹਾਨੂੰ ਸੰਬੋਧਨ ਕਰੀਏ? ਐਡਵੋਕੇਟ ਸਤਿੰਦਰ ਸੱਤੀ ਦੇ ਨਾਲ ਕਰੀਏ, ਜਾਂ ਅਸੀਂ ਉਹੀ ਕਲਾਕਾਰ ਦੇ ਰੂਪ ਦੇ ਵਿੱਚ ਅਸੀਂ ਦੇਖੀਏ, ਜਿਸ ਤਰ੍ਹਾਂ ਤੁਸੀਂ ਰਾਈਟਰ ਵੀ ਰਹੇ ਹੋ, ਕਲਾਕਾਰ ਵੀ ਰਹੇ ਹੋ, ਅਤੇ ਉਹ ਸਾਰਾ ਕੀ ਹੁਣ ਐਡਵੋਕੇਟ ਦੇ ਇਸ ਤੋਂ ਅੱਗੇ ਵਾਲਾ ਸਫ਼ਰ ਐਡਵੋਕੇਟ ਦੇ ਤੌਰ 'ਤੇ ਰਹੂਗਾ ਜੀ? ਨਹੀਂ, ਮੈਂ ਚਾਹੁੰਦੀ ਕਿ ਲੋਕ ਮੈਨੂੰ ਸਤਿੰਦਰ ਸੱਤੀ ਦੇ ਤੌਰ 'ਤੇ ਹੀ ਜਾਣਨ। ਆਪਣੇ ਆਪ 'ਚ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਜਾਂ ਜ਼ਿੰਦਗੀ ਦੇ ਵਿੱਚ ਮਰਹਲੇ ਹੁੰਦੇ ਨੇ, ਸਟੇਜਸ ਨੇ। ਜਦੋਂ ਤੁਹਾਡਾ ਬਚਪਨ ਆਉਂਦਾ ਤਾਂ ਤੁਸੀਂ ਬਚਪਨ ਭੋਗਦੇ ਹੋ, ਜਵਾਨੀ ਆਉਂਦੀ ਹੈ ਜਵਾਨੀ। ਸੋ ਮੈਨੂੰ ਲੱਗਦਾ ਕਿ ਇਹ ਸਾਰੀਆਂ ਸਟੇਜਸ ਨੇ। ਔਰ ਕਲਾਕਾਰ ਦੇ ਤੌਰ 'ਤੇ ਮੈਨੂੰ ਲੋਕਾਂ ਨੇ ਬੇਹੱਦ ਮੁਹੱਬਤ ਕੀਤੀ ਹੈ। ਵਕੀਲ ਮੈਂ ਪਹਿਲਾਂ ਵੀ ਸੀ, ਕਲਾਕਾਰ ਬਣਨ ਤੋਂ ਕਲਾਕਾਰ ਸੀਗੀ, ਅਤੇ ਨਾਲ ਵਕਾਲਤ ਵੀ ਕਰਦੀ ਸੀ। ਸੋ ਵਕੀਲ ਤਾਂ ਮੈਂ ਇੰਡੀਆ 'ਚ ਪਹਿਲੇ ਸੀ, ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਕੈਨੇਡਾ ਪੰਜਾਬੀਆਂ ਲਈ ਬੜਾ
ਡ੍ਰੀਮ ਲੈਂਡ ਹੈ। ਔਰ ਇਸ ਜਗ੍ਹਾ ਤੇ ਆ ਕੇ ਪੜ੍ਹਾਈ ਆਪਣੇ ਆਪ ਦੇ ਵਿੱਚ ਬੜਾ ਵੱਡਾ ਚੈਲੰਜ ਹੈ, ਕਿਉਂਕਿ ਇਹਨਾਂ ਦੀ ਐਜੂਕੇਸ਼ਨ ਤੇ ਸਾਡੀ ਐਜੂਕੇਸ਼ਨ 'ਚ ਬੜਾ ਫਰਕ ਹੈ। ਜੀ ਔਰ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਤੁਸੀਂ ਮਤਲਬ 18-20 ਸਾਲ ਬਾਅਦ ਅਗਰ ਦੁਬਾਰਾ ਪੜ੍ਹਾਈ ਸ਼ੁਰੂ ਕਰਦੇ ਹੋ, ਜੀ ਔਰ ਉਹ ਵੀ ਨਾਲ ਨਾਲ ਆਪਣੇ ਕਰੀਅਰ ਦੇ, ਤੇ ਇਹ ਥੋੜਾ ਚੈਲੰਜਿੰਗ ਸੀਗਾ ਮੇਰੇ ਲਈ। ਜੀ ਉਹ ਮੈਨੂੰ ਲੱਗਦਾ ਇਸ ਕਰਕੇ ਪੰਜਾਬੀਆਂ ਨੇ ਹਮੇਸ਼ਾ ਹੀ ਮੇਰੇ ਹਰ ਕੰਮ ਦੀ ਮਿਹਨਤ ਦੀ ਸ਼ਲਾਘਾ ਕੀਤੀ, ਇਹ ਇਹਨਾਂ ਦਾ ਸੁਭਾਅ ਹੈ। ਸੋ ਉਹਦੇ ਲਈ ਸਾਰਿਆਂ ਦਾ ਧੰਨਵਾਦ। ਅਸੀਂ ਵੀ ਅੱਜ ਤੁਹਾਡੀ ਇੰਟਰਵਿਊ ਕਰਨ ਲਈ ਆਏ ਹਾਂ, ਬਾਕੀ ਮੀਡੀਆ ਵੀ ਸਾਰਾ ਬਹੁਤ ਸਾਰੀਆਂ ਤੁਹਾਡੀਆਂ ਇੰਟਰਵਿਊ ਹੋ ਰਹੀਆਂ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਡਿਗਰੀ ਤਾਂ ਲਾਅ ਦੀ ਸਾਰੇ ਲੈਂਦੇ ਆ, ਅਤੇ ਜਦੋਂ ਸਤਿੰਦਰ ਸੱਤੀ ਨੇ ਡਿਗਰੀ ਲਈ ਤੇ ਐਡਾ ਮਤਲਬ ਇਸ ਤਰ੍ਹਾਂ ਇੱਕਦਮ ਬੂਮ, ਇਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਇੱਕ ਤਰ੍ਹਾਂ ਲੋਕਾਂ ਦੇ ਸਾਹਮਣੇ ਵੱਡੀ ਮਤਲਬ ਇੱਕ ਖਬਰ ਬਣ ਗਈ ਕਿ ਸਤਿੰਦਰ ਸੱਤੀ ਨੇ ਐਡਵੋਕੇਟ ਦਾ ਜਿਹੜੀ ਡਿਗਰੀ ਹੈ ਉਹ ਲੈ ਲਈ ਹੈ, ਜਾਂ ਅਪਗ੍ਰੇਡ ਕਰ ਲਿਆ ਉਹਨੂੰ ਇੱਥੇ ਕੈਨੇਡਾ ਦੇ ਵਿੱਚ। ਇਹ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਕਿਉਂ ਹੋਇਆ? ਇਹ ਮੈਨੂੰ ਲੱਗਦਾ ਵੀ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ, ਮੁਹੱਬਤ ਕਰਦੇ ਨੇ ਉਹ ਮੈਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਇਸ ਕਰਕੇ ਵੀ ਹੈ ਕਿ ਜਦੋਂ ਤੁਹਾਡਾ ਇੱਕ ਐਸਟੈਬਲਿਸ਼ਡ ਕਰੀਅਰ ਹੁੰਦਾ ਹੈ, ਜਦੋਂ ਤੁਸੀਂ ਇੱਕ ਕੰਮ ਕਰ ਰਹੇ ਹੁੰਦੇ ਹੋ ਅਤੇ ਉਹਦੇ 'ਚ ਪੈਸੇ ਕਮਾ ਰਹੇ ਹੁੰਦੇ ਹੋ, ਉਹਦੇ 'ਚ ਜੀ ਕਾਮਯਾਬ ਹੁੰਦੇ ਹੋ, ਅਤੇ ਇਨਸਾਨ ਨਾ ਆਪਣੇ ਕੰਫਰਟ ਜ਼ੋਨ 'ਚ ਆ ਜਾਂਦਾ। ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਰਿਲੇਟ ਕੀਤਾ ਹੋਏਗਾ, ਜੋ ਮੈਨੂੰ ਲੱਗਦਾ, ਮੇਰੀ ਅਜ਼ੰਪਸ਼ਨ ਹੈ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਜਦੋਂ ਮਤਲਬ ਘਰ ਚੰਗਾ ਲੈ ਲੈਂਦੇ ਹਾਂ, ਤੁਹਾਡੇ ਕੋਲ ਸਭ ਬੰਦਾ ਕਹਿੰਦਾ ਬਸ ਹੋਰ ਕੀ ਜ਼ਿੰਦਗੀ 'ਚ ਚਾਹੀਦਾ। ਪਰ ਮੈਨੂੰ ਜ਼ਿੰਦਗੀ ਨੂੰ ਇੱਥੇ ਬਸ ਨਹੀਂ ਸੀ ਕਰਨਾ। ਮੈਨੂੰ ਲੱਗਦਾ ਸਾਡੇ ਕੋਲ ਇੱਕੋ ਹੀ ਜ਼ਿੰਦਗੀ ਹੈ ਅਤੇ ਇਹਨੂੰ ਭਰਪੂਰ ਜੀਂਦੇ ਰਹਿਣਾ ਚਾਹੀਦਾ, ਰੋਜ਼ ਨਵੇਂ ਹੁੰਦੇ ਰਹਿਣਾ ਚਾਹੀਦਾ। ਕਿਉਂਕਿ ਜਿਹੜੇ ਲੋਕ ਸਿੱਖਦੇ ਨਹੀਂ ਹੈ, ਜਿਹੜੇ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਦੇ, ਉਹ ਫਿਰ ਜ਼ਿੰਦਗੀ 'ਚ ਗਰੋਥ ਨਹੀਂ ਕਰਦੇ। ਗਰੋਥ ਕਿਹੜੀ ਹੈ ਇਹ ਤੁਹਾਡੇ 'ਤੇ ਨਿਰਭਰ ਕਰਦਾ। ਮੇਰੇ ਲਈ ਪੈਸਾ ਕਮਾਉਣਾ, ਵੱਡਾ ਘਰ, ਇਹ ਤਾਂ ਸਭ ਚੀਜ਼ਾਂ ਮੇਰੇ ਕੋਲ 10 ਸਾਲ ਪਹਿਲਾਂ ਦੀਆਂ ਨੇ। ਮੈਂ ਆਪਣੇ ਕਰੀਅਰ ਦੇ ਇਨੀਸ਼ੀਅਲ ਸਾਲਾਂ ਦੇ ਵਿੱਚ ਇਹ ਚੀਜ਼ਾਂ ਮੈਨੂੰ ਮਤਲਬ ਬੜੀਆਂ ਪਰਮਾਤਮਾ ਨੇ ਬਖਸ਼ ਦਿੱਤੀਆਂ ਸੀਗੀਆਂ। ਲੇਕਿਨ ਮੈਨੂੰ ਇਹ ਲੱਗਦਾ ਸੀਗਾ ਕਿ ਇਲਮ ਜਿਹੜਾ ਹੈ ਨਾ, ਜਿਹੜੀ ਤੁਹਾਡੀ ਅਕਲ ਹੈ, ਉਹਦਾ ਦਾਇਰਾ ਰੋਜ਼ ਵੱਡਾ ਹੋਣਾ ਚਾਹੀਦਾ ਹੈ। ਤੁਸੀਂ ਦੇਖੋ ਅੱਜ ਵੀ ਅਸੀਂ ਜਿਹੜੇ ਸਾਇੰਟਿਸਟ ਨੇ, ਅੱਜ ਅਸੀਂ ਸੁਕਰਾਤ ਨੂੰ ਬੈਸਟ ਟੀਚਰਸ ਦੇ ਵਿੱਚ ਮੰਨਦੇ ਹਾਂ। ਬਿਲਕੁਲ। ਉਹਨੇ ਦੁਨੀਆ ਨੂੰ ਦੱਸਿਆ ਕਿ ਐਜੂਕੇਸ਼ਨ ਹੁੰਦੀ ਕੀ ਹੈ, ਪ੍ਰੈਕਟੀਕਲ ਆਪਣੇ ਤੇ ਕਰਕੇ ਵਿਖਾਇਆ। ਸੋ ਉਹਦੀ ਐਜੂਕੇਸ਼ਨ ਸੀ ਕਿ ਅੱਜ ਵੀ ਉਹ ਯਾਦ ਕੀਤਾ ਜਾਂਦਾ। ਰੂਮੀ ਦੁਨੀਆ ਦੇ ਬੈਸਟ ਟੀਚਰਸ ਦੇ ਵਿੱਚੋਂ ਇੱਕ ਸੀਗਾ, ਉਹਨੂੰ ਅੱਜ ਵੀ ਲੋਕ ਯਾਦ ਕਰਦੇ ਨੇ। ਬੁੱਧ ਨੂੰ ਉਹਦੀਆਂ ਟੀਚਿੰਗਸ ਤੇ ਕਰਕੇ ਯਾਦ, ਕਿਉਂਕਿ ਉਹਨਾਂ ਕੋਲ ਸੁਵਿਧਾਵਾਂ ਨਹੀਂ ਸਨ, ਜਾਂ ਉਹ ਕਾਮਯਾਬ, ਉਹ ਤਾਂ ਬੜੇ ਪਹਿਲਾਂ ਕਾਮਯਾਬ ਹੋ ਗਏ ਸੀ। ਇਹ ਸਾਰੇ ਬੜੇ ਪਹਿਲੇ ਆਪਣੇ ਸਾਲਾਂ ਦੇ ਵਿੱਚ 2-4-5 ਸਾਲਾਂ 'ਚ ਕਾਮਯਾਬ ਹੋ ਗਏ ਸਨ। ਲੇਕਿਨ ਮੈਨੂੰ ਇਹ ਲੱਗਦਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੈ ਅਤੇ ਸਿੱਖਣ ਦੀ ਕੋਈ ਪੜਾਅ ਨਹੀਂ ਹੈ। ਮੈਨੂੰ ਐਜੂਕੇਸ਼ਨ ਸ਼ੁਰੂ ਤੋਂ ਬੜੀ ਅਪੀਲ ਕਰਦੀ ਹੈ, ਔਰ ਮੈਨੂੰ ਇਹ ਲੱਗਦਾ ਸੀਗਾ ਕਿ ਮੇਰੇ ਫਾਦਰ ਸਾਹਿਬ ਦਾ ਇਹ ਸੁਪਨਾ ਸੀ ਕਿ ਮੈਂ ਕਲਾਕਾਰ, ਉਹਨਾਂ ਨੇ ਮੈਨੂੰ ਵਕੀਲ ਹੀ ਬਣਾਉਣਾ ਚਾਹਿਆ ਸੀਗਾ ਵੀ ਵੈਸੇ ਚਾਹੁੰਦੇ ਜੱਜ ਬਣਨਾ ਸੀ ਮੈਂ, ਪਰ ਮੈਨੂੰ ਆਰਟ ਨਾਲ ਜ਼ਿਆਦਾ ਪਿਆਰ ਸੀ ਅਤੇ ਮੈਂ ਆਰਟਿਸਟ ਆਪਣੀ ਚੋਇਸ ਨਾਲ ਬਣੀ ਸੀ, ਅਤੇ ਮੈਨੂੰ ਇਹ ਲੱਗਾ ਕਿ ਮੈਂ ਉਹਨਾਂ ਦਾ ਸੁਪਨਾ ਵੀ ਜ਼ਰੂਰ ਪੂਰਾ ਕਰਨਾ। ਅਤੇ ਫਿਰ ਮੈਂ ਕਰੋਨਾ 'ਚ ਜਦੋਂ ਇੱਥੇ ਸੀਗੀ, ਮੈਂ ਆਪਣੀ ਡਿਗਰੀ ਅਪਗ੍ਰੇਡ ਕਰ ਲਈ ਸੀ। ਅਤੇ ਇਹਨਾਂ ਗੱਲਾਂ 'ਤੇ ਵੀ ਆਉਂਦੇ ਹਾਂ ਜੀ ਅਸੀਂ, ਪਰ ਸ਼ੁਰੂਆਤ ਅਸੀਂ ਤੁਹਾਡੇ ਪਿੰਡ ਤੋਂ ਸ਼ੁਰੂ ਕਰਨਾ, ਜਾਂ ਤੁਹਾਡੇ ਸ਼ਹਿਰ ਤੋਂ, ਬਟਾਲੇ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਹਾਨੂੰ ਇਸ ਸਟੇਜ ਦੇ ਉੱਪਰ ਜਾਂ TV ਦੇ ਉੱਪਰ ਤੋਂ ਉੱਥੋਂ ਹੀ ਸ਼ੁਰੂ ਕਰਦੇ ਆ ਲੋਕ ਜਨਰਲੀ ਕਿ ਸਤਿੰਦਰ ਸੱਤੀ ਕੌਣ ਨੇ, ਉੱਥੋਂ ਸ਼ੁਰੂ ਕਰਦੇ ਆ। ਅਤੇ ਪਰ ਅਜੇ ਵੀ ਮਤਲਬ ਇੱਕ ਵੱਡਾ ਇੱਕ ਹਿੱਸਾ ਇਹ ਹੈ ਕਿ ਜਿਹੜਾ ਇਹ ਨਹੀਂ ਜਾਣਦਾ ਕਿ ਸਤਿੰਦਰ ਸੱਤੀ ਦਾ ਸਟਰਗਲ ਵੀ ਹੈ ਇਹਦੇ ਪਿੱਛੇ ਕਾਫੀ ਲੰਮਾ, ਚਾਹੇ ਉਹ ਸਕੂਲ ਟਾਈਮ ਦਾ ਆ, ਚਾਹੇ ਸਟੇਜ ਟਾਈਮ ਦਾ ਆ, ਜਾਂ ਪਿੰਡ ਦਾ ਵੀ ਜਿਹੜਾ ਇੱਕ ਜ਼ਿਕਰ ਆਉਂਦਾ ਹੈ ਕਿ ਤੁਸੀਂ ਮਤਲਬ ਮੋਟਰਸਾਈਕਲ ਵੀ ਉਸ ਟਾਈਮ ਦੇ ਵਿੱਚ ਸਿੱਖ ਲਿਆ ਸੀ, ਜਦੋਂ ਕਿ ਹੋਰ ਬਹੁਤਿਆਂ ਨੂੰ ਸ਼ਾਇਦ ਐਂਟੀ ਸੋਸ਼ਲ ਐਲੀਮੈਂਟ ਸੀ ਬਚਪਨ ਤੋਂ ਹੀ। ਮਤਲਬ ਇੱਕ ਚਾਹੇ ਉਹ ਘਰਾਂ ਦੀਆਂ ਚਾਹੇ ਜ਼ਿੰਮੇਵਾਰੀਆਂ ਦੀ ਵੀ ਗੱਲ ਆਉਂਦੀ ਹੈ ਤੁਹਾਡੀ, ਅਤੇ ਤੁਸੀਂ ਆਪਣੇ ਫਾਦਰ ਸਾਹਿਬ ਦਾ ਵੀ ਜ਼ਿਕਰ ਕਰਦੇ ਹੋ। ਅਸੀਂ ਸ਼ੁਰੂਆਤ ਉੱਥੋਂ ਜਾਣਾ, ਥੋੜ੍ਹਾ ਪਰਿਵਾਰ ਬਾਰੇ ਅਸੀਂ ਸ਼ੁਰੂ ਕਰਦੇ ਹਾਂ ਜੀ। ਪਰਿਵਾਰ ਸਾਡਾ ਬੜਾ ਸਧਾਰਨ ਜਿਹਾ ਜ਼ਿਮੀਂਦਾਰਾ ਪਰਿਵਾਰ ਹੈ। ਮੇਰੇ ਫਾਦਰ ਸਾਹਿਬ ਆਰਮੀ 'ਚ ਸਨ, ਔਰ 2 ਭੈਣ ਭਰਾਵਾਂ ਸੀ, ਤੀਸਰਾ ਬ੍ਰਦਰ ਹੈ ਮੇਰਾ। ਛੋਟਾ ਜਿਹਾ ਪਰਿਵਾਰ ਹੈ, ਔਰ ਕਾਫੀ ਦੇਰ ਮੇਰੇ ਫਾਦਰ ਸਾਹਿਬ ਦੁਬਈ ਰਹੇ ਨੇ। ਮੇਰੇ ਮਦਰ ਨੇ ਸਾਨੂੰ ਪਾਲਿਆ ਸੀਗਾ, ਅਤੇ ਮੇਰੇ ਫਾਦਰ ਨੂੰ ਇੱਕ ਗੱਲ ਸ਼ੁਰੂ ਤੋਂ ਹੀ ਲੱਗਦੀ ਸੀਗੀ ਕਿ ਬੱਚਿਆਂ ਦੀ ਐਜੂਕੇਸ਼ਨ, ਉਹਨਾਂ ਨੇ ਬੜਾ ਜ਼ੋਰ ਸਾਨੂੰ ਦਿੱਤਾ ਕਿ ਵੀ ਪੜ੍ਹਾਈ ਬਹੁਤ ਅੱਛੀ ਹੋਣੀ ਚਾਹੀਦੀ ਹੈ। ਇਸ ਕਰਕੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ, ਜਦੋਂ ਕਿ ਉਹਨਾਂ ਦਾ ਆਪ ਰੋਟੀ ਖਾਣਾ ਬੜਾ ਮੁਸ਼ਕਿਲ ਹੁੰਦਾ ਸੀ, ਉਹਨਾਂ ਨੇ ਸਾਨੂੰ ਹੋਸਟਲ 'ਚ ਪਾਇਆ। ਬੈਸਟ ਆਫ ਦੀ ਐਜੂਕੇਸ਼ਨ ਉਹਨਾਂ ਨੇ ਦਿੱਤੀ ਸਾਨੂੰ,
ਔਰ ਮੈਂ ਘਰ 'ਚੋਂ ਸਭ ਤੋਂ ਵੱਡੀ ਹਾਂ ਜੀ ਤੇ ਉਹ ਮੇਰੇ ਫਾਦਰ ਸਾਹਿਬ ਬਾਹਰ ਰਹਿੰਦੇ ਸੀ, ਸਾਡੀ ਜ਼ਮੀਨ ਵੀ ਸੀ ਔਰ ਮੇਰੇ ਮਦਰ ਜਿਹੜੇ ਨੇ ਉਹ ਬੜੇ ਹੋਮਲੀ ਸਨ, ਉਹ ਬਹੁਤਾ ਜ਼ਿਆਦਾ ਬਾਹਰ ਘਰ ਦਾ ਮਤਲਬ ਉਹ ਘਰ ਦਾ ਕੰਮ ਹੀ ਤੇ ਮੇਰੇ ਫਾਦਰ ਸਾਹਿਬ ਨੇ 5th 6th 'ਚ ਹੀ ਮੈਨੂੰ ਸਕੂਟਰ ਵਗੈਰਾ ਸਿਖਾ ਦਿੱਤਾ ਸੀ। ਮੁੰਡਿਆਂ ਵਾਂਗ ਜ਼ਿਆਦਾ ਪਾਲਿਆ ਸੀ ਉਹਨਾਂ ਨੇ, ਕਿਉਂਕਿ ਘਰ ਦੀ ਜਿਹੜੀ ਵੱਡੀ ਕੁੜੀ ਹੁੰਦੀ ਹੈ ਉਹ ਮੁੰਡਿਆਂ ਵਾਂਗੂ ਹੀ ਹੋ ਜਾਂਦੀ। ਹੁਣ ਸੁਵਿਧਾਵਾਂ ਜ਼ਿਆਦਾ ਹੋ ਗਈਆਂ, ਉਦੋਂ ਨਹੀਂ ਸੀ। ਸੋ ਮਤਲਬ ਉਦੋਂ ਉਹਨਾਂ ਦਿਨਾਂ 'ਚ ਆਨਲਾਈਨ ਨਹੀਂ ਸੀ, ਗੈਸ ਬੁੱਕ ਕਰਾਉਣ ਜਾਣਾ ਪੈਂਦਾ ਸੀ, ਬਿਜਲੀ ਦੇ ਬਿੱਲ ਭਰਨ ਜਾਣਾ ਪੈਂਦਾ ਸੀਗਾ। ਸੋ ਉਹਦੇ ਲਈ ਉਹਨਾਂ ਨੂੰ ਘਰ ਦੇ ਵਿੱਚ ਕੋਈ ਨਾ ਕੋਈ ਬੱਚਾ ਇਹੋ ਜਿਹਾ ਚਾਹੀਦਾ ਸੀਗਾ। ਭਰਾ ਮੇਰਾ ਬਹੁਤ ਛੋਟਾ ਸੀ ਤੇ ਉਹ ਫਿਰ ਇਸ ਕਰਕੇ ਮੈਂ ਬਹੁਤ ਜਲਦੀ ਮੋਟਰਸਾਈਕਲ ਸਕੂਟਰ ਜੋ ਵੀ ਹੁੰਦਾ ਸੀ ਘਰ 'ਚ ਉਸ ਤੋਂ ਚਲਾ ਬਾਅਦ ਲੈਂਦੀ ਤੁਸੀਂ ਸੀ। ਕਾਲਜ ਆਉਂਦੇ ਹੋ ਤੇ ਉੱਥੋਂ ਵੀ ਇੱਕ ਸਟ੍ਰਾਈਕ ਦਾ ਵੀ ਜ਼ਿਕਰ ਮੈਂ ਸੁਣ ਰਿਹਾ ਸੀ ਕਿ ਇੱਕ ਸਟ੍ਰਾਈਕ ਵੀ ਤੁਹਾਡੇ ਸਮੇਂ ਦੇ ਵਿੱਚ ਹੋਈ ਜਿਹਦੇ ਵਿੱਚ ਤੁਸੀਂ ਲੀਡ ਕਰਦੇ ਸੀ। ਉਹ ਕੀ ਕਿੱਸਾ ਸੀ ਜੀ ਸਟ੍ਰਾਈਕ ਹਾਂ, ਵਾਲਾ? ਮੈਂ ਡੀਏਵੀ ਕਾਲਜ ਦੀ 4 ਸਾਲ ਸਟੂਡੈਂਟ ਲੀਡਰ ਵੀ ਰਹੀ ਹਾਂ। ਜਲੰਧਰ ਤੋਂ? ਨਹੀਂ, ਬਟਾਲੇ ਤੋਂ, ਆਰਰ ਬਾਬਾ ਡੀਏਵੀ ਕਾਲਜ। ਤੇ ਸਾਡੀਆਂ ਫੀਸਾਂ ਬੜੀਆਂ ਵਧਾ ਦਿੱਤੀਆਂ ਉਹਨਾਂ ਨੇ ਤੇ ਸਾਡੇ ਪ੍ਰਿੰਸੀਪਲ ਸੀ ਮੈਡਮ ਪੀਪੀ ਸ਼ਰਮਾ ਜੀ, ਬੜੇ ਰਿਸਪੈਕਟੇਬਲ ਸਨ ਤੇ ਉਹ ਪ੍ਰਿੰਸੀਪਲ ਸਨ ਤੇ ਮੈਂ ਉਦੋਂ ਵੀ ਕਲਚਰਲ ਐਕਟੀਵਿਟੀਜ਼ 'ਚ ਯੂਥ ਫੈਸਟੀਵਲ ਬਹੁਤ ਜਾਂਦੀ ਸੀ। ਮਤਲਬ ਅਵਾਰਡਸ ਵਗੈਰਾ ਮੇਰੇ ਨਾਮ ਤੇ, ਡਿਬੇਟ, ਡੈਕਲਾਮੇਸ਼ਨ, ਪੋਇਟਰੀ, ਸਾਰੇ ਕੰਮਾਂ 'ਚ ਮੈਨੂੰ ਹੀ ਭੇਜ ਦਿੰਦੇ ਸੀਗੇ ਤੇ ਫੀਸਾਂ ਬਹੁਤ ਵੱਧ ਗਈਆਂ ਸੀਗੀਆਂ ਤੇ ਮੈਂ ਸਟ੍ਰਾਈਕ ਕੀਤੀ। ਪੂਰਾ ਕਾਲਜ ਨੇ ਮਤਲਬ ਮੈਂ ਲੀਡ ਕੀਤਾ ਕਾਲਜ ਨੂੰ। ਅਸੀਂ ਆਲਮੋਸਟ 1 ਮਹੀਨਾ ਮਤਲਬ ਡੀਏਵੀਜ਼ ਦੀ ਹਿਸਟਰੀ ਦੇ ਵਿੱਚ ਕਿ 1 ਮਹੀਨਾ ਅਸੀਂ ਕਾਲਜ ਬੰਦ ਰੱਖੇ। ਪੂਰੇ ਕਾਲਜ ਜਿਹੜੀ ਮਤਲਬ ਪੰਜਾਬ ਦੇ ਸੰਗਠਨ ਸੀ ਸਟੂਡੈਂਟ, ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਤੇ ਉਹਨਾਂ ਨੂੰ ਅਲਟੀਮੇਟਲੀ ਜਿਹੜੀ ਸੈਂਟਰ ਦੀ ਉਹ ਸੀਗੀ ਉਹਨਾਂ ਦੀ ਮੈਨੇਜਮੈਂਟ, ਉਹਨਾਂ ਨੂੰ ਇੱਥੇ ਆ ਕੇ ਉਹ ਮਤਲਬ ਬੰਦ ਕਰਨਾ ਪਿਆ। ਅਸੀਂ ਸ਼ਹਿਰ ਵੀ ਬੰਦ ਕੀਤਾ। ਸੋ ਉਦੋਂ ਬੜਾ ਮਤਲਬ ਮੈਂ ਬੜੀ ਪਾਪੂਲਰ ਹੋ ਗਈ ਸੀ ਉਦੋਂ ਵੀ। ਇਹ ਕੀ ਸੀਗਾ ਉਦੋਂ ਕੀ ਇਹ ਮਤਲਬ ਕੋਈ ਪੋਲਿਟਿਕਸ ਦੇ ਵਿੱਚ ਜਾਣ ਦਾ ਵੀ ਸੀਗਾ ਕਿ ਇੱਕ ਲੀਡਰ ਹੁੰਦਾ ਨਾ ਵੀ ਕਾਲਜ ਟਾਈਮ ਦੇ ਵਿੱਚੋਂ ਲੀਡਰ ਵੀ ਬੜੇ ਨਿਕਲਦੇ ਆ ਪੋਲੀਟੀਕਲ? ਮੈਨੂੰ ਜ਼ਿੰਦਗੀ 'ਚ ਸੱਚ ਦਾ ਸਾਥ ਦੇਣਾ। ਮੈਂ ਲੀਡਰ ਤੇ ਮੈਨੂੰ ਲੱਗਦਾ ਕਿ ਮੈਂ ਕਦੀ ਵੀ ਨਹੀਂ ਬਣਨਾ ਚਾਹੁੰਦੀ ਸੀਗੀ, ਲੇਕਿਨ ਮੈਨੂੰ ਇਹ ਹੈ ਕਿ ਸੱਚ ਹੱਕ ਲਈ ਬੋਲਣਾ ਬੜਾ ਜ਼ਰੂਰੀ ਹੈ। ਜ਼ਿੰਦਾ ਹੋ ਤਾਂ ਜ਼ਿੰਦਾ ਹੋਣੇ ਕਾ ਫਰਜ਼ ਅਦਾ ਕੀਜੀਏ ਤੇ ਉਹ ਜੇ ਜਿਉਂਦੇ ਹੋ ਤੇ ਜਿਉਂਦਿਆਂ ਬੰਦਿਆਂ ਨੂੰ ਆਵਾਜ਼ ਵੀ ਚੁੱਕਣੀ ਚਾਹੀਦੀ ਹੈ। ਸੋ ਮੈਂ ਇਹ ਮੰਨਦੀ ਸੀਗੀ ਕਿ ਮਤਲਬ ਮੇਰੇ ਅੰਦਰ ਉਹ ਐਗਰੈਸ਼ਨ ਸ਼ੁਰੂ ਤੋਂ ਹੀ ਰਿਹਾ ਕਿ ਕੁਝ ਕਰ ਵਿਖਾਣਾ ਤੇ ਉਹ ਮੈਂ ਆਲੇ ਦੁਆਲੇ ਮੈਂ ਇਹ ਉਡੀਕਦੀ ਨਹੀਂ ਆ ਕਿ ਲੋਕ ਕਰਨਗੇ। ਮੈਂ ਇਨੀਸ਼ੀਏਟਿਵ ਸ਼ੁਰੂ ਤੋਂ ਹੀ ਲੈਂਦੀ ਹਾਂ। ਉਹ ਕਾਲਜ 'ਚ ਵੀ ਪੜ੍ਹਦੀ ਤੇ ਮੈਂ +2 'ਚ ਹੀ ਸੀ ਉਦੋਂ, ਪਰ ਮੈਂ ਉਦੋਂ ਵੀ ਕਾਲਜ ਨੂੰ ਲੀਡ ਕਰਦੀ ਸੀ। ਤੇ ਜਿਹੜਾ ਦੂਰਦਰਸ਼ਨ ਦਾ ਸਫ਼ਰ ਹੈ ਜੀ, ਇਹ ਦੂਰਦਰਸ਼ਨ ਦੇ ਨਾਲ ਕਿਸ ਤਰ੍ਹਾਂ ਅਟੈਚ ਹੋਏ? ਕਿਉਂਕਿ ਜੇ ਮੈਂ ਬਹੁਤੇ ਏਰੀਏ ਦੀ ਜਾਂ ਉਸ ਟਾਈਮ ਦੇ ਸਟੂਡੈਂਟਸ ਦੀ ਜਾਂ ਕੁੜੀਆਂ ਦੀ ਸਪੈਸ਼ਲੀ ਗੱਲ ਕਰਾਂ ਕਿ ਉਸ ਟਾਈਮ ਦੇ ਵਿੱਚ ਟੀਵੀ ਦੇ ਵਿੱਚ ਆਉਣਾ ਤੇ ਬੜੀ ਵੱਡੀ ਗੱਲ ਸੀਗੀ, ਪਰ ਤੁਸੀਂ ਉਸ ਟਾਈਮ ਦੇ ਵਿੱਚ ਪਹੁੰਚੇ ਤੇ ਤਿਆਰੀ ਦੇ ਨਾਲ ਪਹੁੰਚੇ ਤੇ ਉਹ ਸਫ਼ਰ ਦਾ ਥੋੜ੍ਹਾ ਦੱਸੋ ਜੀ। ਟੀਵੀ ਦੇ ਨਾਲ ਕਿਸ ਤਰ੍ਹਾਂ ਜੁੜੇ, ਦੂਰਦਰਸ਼ਨ ਦੇ ਨਾਲ ਕਿਸ ਤਰ੍ਹਾਂ ਦਾ ਸਫ਼ਰ ਹੈ? ਅਸਲ 'ਚ ਮੈਂ ਕੀ ਸੀਗਾ ਕਿ ਉਹ ਜਦੋਂ ਮੈਂ ਯੂਨੀਵਰਸਿਟੀ LLB ਫਸਟ ਈਅਰ 'ਚ ਗਈ, ਵੈਸੇ ਮੈਂ ਜਦੋਂ ਕਾਲਜ ਵੀ ਪੜ੍ਹਦੀ ਸੀ ਤੇ ਉਦੋਂ ਵੀ ਮੈਂ ਡੈਕਲਾਮੇਸ਼ਨ ਡਿਬੇਟਸ 'ਚ ਬਹੁਤ ਜਾਂਦੀ ਸੀ ਔਰ ਸਾਡਾ ਕਾਲਜ ਹਮੇਸ਼ਾ ਹੀ ਵਿਨਰ ਰਹਿੰਦਾ ਸੀ, ਫਸਟ ਅਸੀਂ ਆਉਂਦੇ ਸੀਗੇ। ਜਦੋਂ ਮੈਂ ਕਾਲਜ ਗਈ ਤੇ ਮੈਂ ਯੂਥ ਫੈਸਟੀਵਲ ਕੀਤਾ ਤੇ ਉੱਥੇ ਬਹੁਤ ਸਾਰੇ ਦੂਰਦਰਸ਼ਨ ਦੇ ਲੋਕ ਆਉਂਦੇ ਨੇ, ਬਹੁਤ ਸਾਰੇ ਡਾਇਰੈਕਟਰਸ, ਤੇ ਉੱਥੇ ਦੂਰਦਰਸ਼ਨ ਦੇ ਮਤਲਬ ਬੜੇ ਸਾਰੇ ਲੋਕ ਆਉਂਦੇ ਸਨ ਤੇ ਮੈਨੂੰ ਅਪਰੋਚ ਕਰਦੇ ਰਹਿੰਦੇ ਸੀ ਪ੍ਰੋਗਰਾਮ ਲਈ। ਉੱਥੇ ਲਿਸ਼ਕਾਰੇ ਲਈ ਡਾਕਟਰ ਜੌਲ ਹੋਣਾ ਨੇ ਮੈਨੂੰ ਅਪਰੋਚ ਕੀਤਾ ਤੇ ਅਸੀਂ ਬੜੇ ਸ਼ੌਕੀਆ ਵੀ ਉਦੋਂ ਟੀਵੀ 'ਚ ਕੌਣ ਮਤਲਬ ਮੈਨੂੰ ਵੈਸੇ ਟੀਵੀ ਦੀਆਂ ਆਫਰਸ ਪਹਿਲਾਂ ਵੀ ਬਹੁਤ ਸੀਗੀ ਜਦੋਂ ਮੈਂ ਸਕੂਲ ਕਾਲਜ ਸੀ, ਕਿਉਂਕਿ ਮੈਂ ਪਲੇ ਵਗੈਰਾ ਵੀ ਕਰਦੀ ਸੀ, ਲੇਕਿਨ ਸਾਡੇ ਘਰ ਦੇ ਨੇ ਹੱਕ 'ਚ ਨਹੀਂ ਸੀ ਉਦੋਂ, ਕਿੱਥੇ ਜਾਣ ਦਿੰਦੇ ਸੀਗੇ ਉਹ ਕੁੜੀਆਂ ਨੂੰ। ਪਰ ਉਦੋਂ ਫਿਰ ਅਸੀਂ 2-3 ਜਣੇ ਜਾ ਕੇ ਤੇ ਅਸੀਂ ਦੂਰਦਰਸ਼ਨ ਤੇ ਗਏ। ਜਾ ਕੇ ਤੇ ਮੇਰੇ ਕੋਲ ਉਹ ਸਾਨੂੰ ਮਿਲੇ, ਉਹ ਕਹਿੰਦੇ ਅੱਛਾ ਵੀਰਵਾਰ ਤੁਸੀਂ ਆ ਜਿਓ, ਆਡੀਸ਼ਨ ਹੈ। ਤੇ ਉਦੋਂ ਸਾਡੇ ਕੋਲ ਇੰਨੇ ਕੱਪੜੇ ਵੀ ਨਹੀਂ ਸੀ ਹੁੰਦੇ, ਨਾ ਅਸੀਂ ਨੋਰਮਲ ਜੇ ਘਰਾਂ ਦੇ ਹਾਂ। ਪਰ ਮੇਰੀ ਮੰਮੀ ਨੇ ਇੱਕ ਗੱਲ ਬੜੀ ਵਧੀਆ ਕੀਤੀ ਸੀ, ਸਾਨੂੰ ਸਟਿਚਿੰਗ ਵਗੈਰਾ ਬੜੀ ਉਹਨਾਂ ਨੇ ਸਿਖਾਈ ਸੀ। ਅਸੀਂ 8ਵੀਂ 9ਵੀਂ 'ਚ ਕੱਪੜੇ ਵਧੀਆ ਸੀ ਲੈਂਦੀ ਸੀ ਮੈਂ ਮਤਲਬ ਅੱਜ ਤੱਕ ਜਿਹੜੇ ਵੀ ਸਟੇਜ ਤੇ ਕੱਪੜੇ ਨੇ, ਕੋਈ ਛੋਟਾ ਵੱਡਾ ਉਹ 19 ਵੀ ਹੋ ਜਾਵੇ ਮੈਂ ਆਪ ਹੀ ਠੀਕ ਕਰ ਲੈਂਦੀ ਹਾਂ। ਤੇ ਉਹ ਕੰਮ ਆਉਂਦਾ ਸੀ ਤੁਹਾਨੂੰ? ਹਾਂ, ਮੈਨੂੰ ਬੜਾ ਅੱਜ ਵੀ ਮੈਨੂੰ ਬੜਾ ਪਰਫੈਕਟਲੀ ਮੈਂ ਸਟਿਚਿੰਗ ਬੜੀ ਚੰਗੀ ਤਰ੍ਹਾਂ ਜਾਣਦੀ ਹਾਂ। ਤੇ ਉਹ ਮੈਂ ਸੂਟ ਸੀਤਾ, ਮੇਰੀ ਮਾਸੀ ਨੇ ਦਿੱਤਾ ਸੀ, ਮੈਨੂੰ ਵੀ ਯਾਦ ਹੈ, ਗ੍ਰੀਨ ਕਲਰ ਦਾ। ਮੈਂ ਸੂਟ ਪਾ ਲਿਆ ਤੇ ਤਿਆਰ, ਕਿਉਂਕਿ ਮੇਕਅਪ ਸਾਨੂੰ ਸ਼ੁਰੂ ਤੋਂ ਹੀ ਉੱਥੇ ਉਹਨਾਂ ਘਰਾਂ 'ਚ, ਛੋਟੇ ਘਰਾਂ 'ਚ ਕਿੱਥੇ ਛੋਟੇ ਸ਼ਹਿਰਾਂ 'ਚ ਕਰਨ ਦਿੰਦੇ ਨੇ।
ਉਹ ਅਸੀਂ ਗਏ ਤੇ ਉਹਨਾਂ ਨੇ ਸਾਨੂੰ ਮੇਕਅਪ ਮੂਕਅਪ ਕਰਤਾ। ਅਸੀਂ ਤੇ ਸਵੇਰੇ 9 ਵਜੇ ਪਹੁੰਚ ਗਏ ਤੇ ਰਿਕਾਰਡਿੰਗ ਸ਼ੁਰੂ ਹੁੰਦੀ ਸੀ 2 ਕੁ ਵਜੇ, ਠੀਕ ਹੈ ਜੀ। 2:30 ਵਜੇ। ਸਾਡੇ ਉੱਥੋਂ ਬੱਸ ਫਿਰ ਵਾਪਸੀ ਬੜੀ ਔਖੀ ਹੁੰਦੀ ਸੀ। ਉਹ ਮੈਂ ਚਾਅ 'ਚ ਹੀ ਕਰ ਰਹੀ। ਫਿਰ ਉਹ ਹੌਲੀ-ਹੌਲੀ ਸਾਨੂੰ ਪੈਸੇ ਵੀ ਆਉਣੇ ਸ਼ੁਰੂ ਹੋ ਗਏ। ਜੀ, 500 ਰੁਪਇਆ ਦਿੰਦੇ ਹੁੰਦੇ ਸੀ ਉਦੋਂ ਉਹ। ਬਿਲਕੁਲ ਜੀ। ਤੇ ਬਸ ਇਸ ਤਰ੍ਹਾਂ ਸਿਲਸਿਲਾ ਹੋਇਆ। ਥੋੜ੍ਹੇ ਕੁ ਦਿਨ ਪ੍ਰੋਗਰਾਮ ਕੀਤਾ। ਉਸ ਤੋਂ ਬਾਅਦ ਇੱਕ ਹੋਰ ਬੜਾ ਵੱਡਾ ਅਜੀਤ ਅਖ਼ਬਾਰ ਨੇ ਇਵੈਂਟ ਕੀਤਾ ਸੀਗਾ। ਜੀ, ਪਹਿਲੀ ਸਟਾਰ ਨਾਈਟ ਸੀ ਪੰਜਾਬ ਦੀ, ਜਿਹਦੇ ਵਿੱਚ ਮੈਂ ਪਹਿਲੀ ਵਾਰੀ ਗੁਰਦਾਸ ਮਾਨ ਸਾਹਿਬ ਨੂੰ, ਹੰਸਰਾਜ ਹੰਸ ਨੂੰ, ਜੀ, ਪ੍ਰੀਤੀ ਸਪਰੂ ਜੀ ਨੂੰ, ਮਲਕੀਤ ਸਿੰਘ, ਹਰਭਜਨ ਮਾਨ, ਇਹ ਸਾਰੇ ਸੁਪਰਸਟਾਰ ਸੀਗੇ। ਜੀ। ਤੇ ਮੈਂ ਇਹਨਾਂ ਨੂੰ ਪਹਿਲੀ ਵਾਰੀ ਸਾਰਿਆਂ ਨੂੰ ਦੇਖਿਆ। ਮੈਨੂੰ ਤੇ ਏਦਾਂ ਲੱਗੇ ਕਿ ਮੈਂ ਸੁਪਨਿਆਂ ਦੀ ਦੁਨੀਆ 'ਚ ਹੀ ਘੁੰਮ ਰਹੀ ਹਾਂ। ਤੇ ਉਹ ਲਿਸ਼ਕਾਰਾ ਉਦੋਂ ਸ਼ੁਰੂ ਹੋ ਗਿਆ ਸੀ ਜਾਂ ਉਸ ਤੋਂ ਬਾਅਦ ਦੀ ਇਹ ਸ਼ੁਰੂ ਨਹੀਂ, ਨਹੀਂ, ਹੁੰਦਾ? ਪਹਿਲਾਂ ਹੋ ਗਿਆ ਸੀ। ਲਿਸ਼ਕਾਰੇ ਤੋਂ ਹੀ ਉਹਨਾਂ ਨੇ ਵੇਖ ਕੇ ਮੈਨੂੰ ਇਸ ਪ੍ਰੋਗਰਾਮ ਲਈ ਬੁਲਾਇਆ ਸੀ। ਠੀਕ ਹੈ ਜੀ। ਬਸ ਤੇ ਉਸ ਤੋਂ ਬਾਅਦ ਫਿਰ ਮੈਂ ਮਤਲਬ 2 ਕੁ ਮਹੀਨੇ ਪਿੱਛੋਂ ਅਮਰੀਕਾ ਦੇ ਟੂਰ ਤੇ ਵੀ ਆ ਗਈ ਸੀ, ਕਿਉਂਕਿ ਉਹਦੀਆਂ ਸੀਡੀਜ਼ ਬਹੁਤ ਚੱਲੀਆਂ ਸੀਗੀਆਂ। ਫਿਰ ਬਸ ਪਿੱਛੇ ਮੁੜ ਕੇ ਵੇਖਣ ਦਾ ਟਾਈਮ ਹੀ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਤੁਸੀਂ ਜਦੋਂ ਉੱਥੇ ਸਿੰਗਰਸ ਨੂੰ ਮਿਲਦੇ ਹੋ, ਜਾਣ ਪਛਾਣ ਵੱਧਦੀ ਆ, ਤੇ ਫਿਲਮਾਂ ਵਾਲਾ ਜਿਹੜਾ ਸਫ਼ਰ ਉਧਰਲੇ ਪਾਸੇ ਵੀ ਆਉਣ ਦਾ ਇਹੀ ਕਾਰਨ ਬਣਿਆ ਜੀ? ਉਹ ਫਿਰ ਜਦੋਂ ਤੁਸੀਂ ਇੱਕ ਦੇਖੋ, ਜਦੋਂ ਤੁਸੀਂ ਇੱਕ ਕੰਮ ਦੇ ਵਿੱਚ ਹੁੰਦੇ ਕਿਉਂਕਿ ਉਹ ਹੋ। ਬੜੀ ਫੇਮਸ ਮੂਵੀ ਰਹੀ ਜਿਹੜੀ ਹਰਭਜਨ ਹਾਂ, ਮਾਨ ਹੋਰਾਂ ਦੀ ਹਾਂਜੀ, ਜੀ ਆਇਆਂ ਨੂੰ ਆਈ ਸੀ। ਹਾਂਜੀ। ਉਹ ਮਤਲਬ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੇ ਜਿਹੜਾ ਕਲਾ ਹੈ ਨਾ, ਗਾਣਾ, ਬਜਾਣਾ, ਫਿਲਮਾਂ, ਇਹ ਸਭ ਉਹਦੇ ਨਾਲ ਸੰਬੰਧਿਤ ਨੇ। ਹੁਣ ਜੀ, ਤੁਸੀਂ ਕਿਸੇ ਵਕੀਲ ਨੂੰ ਇਹ ਪੁੱਛਦੇ ਜਦੋਂ ਵਕਾਲਤ ਕਰ ਲੈਂਦਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਕਰੋਗੇ, ਤੁਸੀਂ ਰੀਅਲ ਸਟੇਟ ਕਰੋਗੇ ਕਿ ਤੁਸੀਂ ਫੈਮਿਲੀ ਲਾਅ ਕਰੋਗੇ। ਉਹ ਵਕੀਲ ਹੈ, ਉਸਨੂੰ ਸਾਨੂੰ ਸਭ ਕੁਝ ਪੜ੍ਹਾਇਆ ਜਾਂਦਾ, ਉਹ ਕੁਝ ਵੀ ਕਰ ਸਕਦਾ ਹੈ। ਜੀ, ਉਹਦੀ ਬਾਅਦ 'ਚ ਚੋਇਸ ਹੁੰਦੀ ਕਿ ਉਹਨੂੰ ਜਿਸ ਤਰ੍ਹਾਂ ਦੇ ਕੇਸ ਮਿਲਦੇ ਨੇ ਉਸੇ ਤਰ੍ਹਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਲੇਕਿਨ ਉਹਦੇ 'ਚ ਕਾਬਲੀਅਤ ਸਾਰੀ ਹੁੰਦੀ ਹੈ। ਇਸੇ ਤਰ੍ਹਾਂ ਮੈਨੂੰ ਲੱਗਦਾ ਜਿਹੜਾ ਫਨਕਾਰ ਹੈ, ਆਰਟਿਸਟ ਹੈ, ਇਹ ਸਭ ਚੀਜ਼ਾਂ, ਜੀ, ਵਿਧਾਵਾਂ ਜਿਹੜੀਆਂ ਨੇ ਉਹਦੇ ਨਾਲ ਸੰਬੰਧਿਤ ਨੇ। ਪਰ ਜਦੋਂ ਤੁਸੀਂ ਮਸ਼ਹੂਰ ਹੋ ਜਾਂਦੇ ਹੋ, ਫਿਰ ਲੋਕ ਇਹ ਨਹੀਂ ਦੇਖਦੇ ਕਿ ਤੁਹਾਡਾ ਸਟਰਗਲ ਕਿੰਨਾ ਪਿੱਛੇ, ਜਾਂ ਜੀ। ਤੁਹਾਡੀ ਉਹਦੇ ਲਈ ਘਾਲਣਾ। ਵਕੀਲ ਬਣਨ ਲਈ ਵੀ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਓਵਰਨਾਈਟ ਤੇ ਤੁਸੀਂ ਵਕੀਲ ਬਣ ਇੱਕ ਇਹ ਗਏ ਵੀ ਹੋ। ਮੈਂ ਸੁਣਦਾ ਸੀ ਕਿ ਜਦੋਂ ਤੁਸੀਂ ਪਹਿਲੀ ਵਾਰ ਗੁਰਦਾਸ ਮਾਨ ਸਾਹਿਬ ਹੋਰਾਂ ਨੂੰ ਮਿਲੇ, ਜਾਂ ਇਹ ਸਤਿੰਦਰ ਤੋਂ ਸੱਤੀ ਜਿਹੜਾ ਨਾਮ ਉੱਥੋਂ ਮਤਲਬ ਤੁਹਾਨੂੰ ਹਾਂਜੀ। ਮਿਲਿਆ? ਮੈਂ ਉਸੇ ਪ੍ਰੋਗਰਾਮ ਤੇ ਪ੍ਰੀਤੀ ਸਪਰੂ ਹੋਣਾ ਨੇ ਮੈਨੂੰ ਇੱਕ ਸੀਰੀਅਲ ਸੀ ਉਹਨਾਂ ਦਾ ਸੰਗੀਤ, ਜੀ, ਉਹ ਬੰਬੇ ਸ਼ੂਟ ਹੋਣਾ ਸੀਗਾ। ਮੈਂ ਤੇ ਹੂੰ, ਕਦੀ ਮੈਂ ਤੇ ਦਿੱਲੀ ਵੀ ਨਹੀਂ ਸੀ ਦੇਖਿਆ ਉਦੋਂ, ਹਨਾ। ਜੀ, ਅਸੀਂ ਗਏ ਹੀ ਨਹੀਂ ਸੀਗੇ। ਤੇ ਉਹਨਾਂ ਨੇ ਮੈਨੂੰ ਸਾਈਨ ਕੀਤਾ ਉਸ ਸੀਰੀਅਲ ਦੇ ਲਈ। ਉਹ ਮੈਂ ਸੀਰੀਅਲ ਤੇ ਮੈਂ ਬੰਬੇ ਗਈ, ਉਹਨਾਂ ਨੇ ਘਰ ਹੀ ਠਹਿਰੇ, ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਦੋਨੋਂ ਗਏ। ਤੇ ਉਹ ਮੈਨੂੰ ਮਾਨ ਸਾਹਿਬ ਨੂੰ ਮਿਲਾਉਣ ਲੈ ਗਏ ਉਹਨਾਂ ਦੇ ਘਰ। ਜੀ, ਪ੍ਰੀਤੀ ਦੀਦੀ ਨਾਲ ਮੇਰਾ ਅੱਜ ਵੀ ਬਹੁਤ ਮੁਹੱਬਤ ਹੈ ਉਹਨਾਂ ਦੇ ਨਾਲ। ਤੇ ਉਹਨਾਂ ਨੇ ਮਤਲਬ ਕਿਹਾ ਵੀ ਸਤਿੰਦਰ ਇਹਦਾ ਨਾਮ, ਤੇ ਉਹ ਫਿਰ ਪ੍ਰੀਤੀ ਦੀਦੀ ਤੇ ਮਾਨ ਸਾਹਿਬ ਦੋਨੋਂ ਹੀ ਮੈਨੂੰ ਸੱਤੀ ਕਹਿਣ ਲੱਗ ਪਏ। ਉਹਨਾਂ ਓਕੇ, ਦੇ ਘਰ ਬੈਠੇ ਉਹ ਕਹਿੰਦੇ ਵੀ ਹੁਣ ਸਤਿੰਦਰ ਬੜਾ ਔਖਾ ਹੈ, ਜੀ, ਮੈਨੂੰ ਸੱਤੀ ਕਿਆ ਕਰਾਂਗੇ। ਉਹ ਫਿਰ ਨਾਮ ਉਹਨਾਂ ਦੋਨਾਂ ਦੀ ਮਤਲਬ ਇੰਨੀ ਜ਼ਿਆਦਾ, ਉਹ ਕੀ ਕਹਿੰਦੇ, ਉਹਨਾਂ ਦਾ ਆਪਣਾ ਹੀ ਪਰਮਾਤਮਾ ਨਾਲ ਇੰਨਾ ਦੋਨਾਂ ਦਾ ਜੁੜਿਆ ਹੋਇਆ ਹੈ ਜੀ, ਕਿ ਉਹ ਨਾਮ ਮੈਨੂੰ ਰਾਸ ਆ ਗਿਆ। ਮੈਂ ਇੱਕ ਬੜਾ ਅੱਛਾ ਕਹਿੰਦੀ ਹੁੰਦੀ ਹਾਂ ਕਿ ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ, ਮੈਂ ਕਵਾਂ ਇਹ ਤਾਂ ਰਹਿੰਦੀ ਨਾਲ ਨਾਲ ਤੁਰਦੀ। ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ, ਸ਼ਾਇਰਾਂ ਤੋਂ ਰੰਗਤਾਂ ਉਧਾਰੀਆਂ ਸੀ ਲਿੱਤੀਆਂ। ਸਾਡੇ ਗਵਾਂਢ ਰਹਿੰਦਾ ਕੋਈ ਪੀਰ ਸੀ, ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ। ਨਾ ਦੱਸਾਂ ਤਾਂ ਸ਼ਿਵ ਉਹਦਾ ਨਾਂ ਸੀ, ਮੇਰਾ ਸ਼ਹਿਰ ਉਹਦਾ ਸ਼ਹਿਰ, ਬਟਾਲਾ ਹੀ ਗਰਾਂ ਸੀ। ਲੱਗਦਾ ਏ ਅਸਰ ਉਸ ਤੇ ਜ਼ਰੂਰ ਏ, ਬਾਕੀ ਤੇ ਸੱਤੀ ਦੇ ਨਾਮ ਤੇ ਮਿਹਰਬਾਨ ਵੀ ਹਜ਼ੂਰ ਏ। ਸੋ ਉਹ ਮੈਨੂੰ ਲੱਗਦਾ ਮਾਲਕ ਨੇ ਬੜੀ ਜੀ। ਕਿਰਪਾ ਕੀਤੀ ਹੈ। ਤੇ ਇਹ ਸ਼ਾਇਰੀ ਦਾ ਫਿਰ ਮਤਲਬ ਸ਼ਿਵ ਕੁਮਾਰ ਤੋਂ ਹੀ ਸ਼ੁਰੂ ਹੁੰਦਾ ਜੀ, ਜਾਂ ਇਹਦੇ ਲਈ ਤੁਸੀਂ ਸਕੂਲ 'ਚ ਜਾਂ ਕਾਲਜ ਦੇ ਵਿੱਚ ਆ ਕੇ ਇਹ ਸ਼ੁਰੂ ਕੀਤਾ? ਜਾਂ ਕਿਉਂਕਿ ਜਦੋਂ ਦੂਰਦਰਸ਼ਨ ਦੇ ਉੱਪਰ ਇੱਕ ਐਂਕਰ ਆ, ਜਿਸ ਤਰ੍ਹਾਂ ਇਹ ਹੈ ਕਿ ਸਾਨੂੰ ਤਾਂ ਕਈ ਵਾਰੀ ਇੱਥੇ ਇੰਟਰੋ ਸ਼ੁਰੂ ਕਰਨੀ ਵੀ ਔਖੀ ਹੋ ਜਾਂਦੀ ਹੈ, ਪਰ ਤੁਸੀਂ ਇੰਨੀ ਲੰਮੀ ਜਦੋਂ ਪ੍ਰੋਗਰਾਮ ਲਿਸ਼ਕਾਰਾ ਅਸੀਂ ਦੇਖਦੇ ਹੁੰਦੇ ਸੀਗੇ, ਜਦੋਂ ਤੁਹਾਡੀ ਵਾਰੀ ਆਉਂਦੀ ਸੀ ਤੇ ਮਤਲਬ ਤੁਸੀਂ ਇੰਟਰੋਡਿਊਸ ਕਰਨਾ ਹੁੰਦਾ ਸੀ ਨਵੇਂ ਸਿੰਗਰ ਨੂੰ ਜਾਂ ਕਿਸੇ ਨੂੰ ਵੀ, ਤੇ ਤੁਸੀਂ ਇੱਕ ਸ਼ੇਅਰ ਜ਼ਰੂਰ ਤੁਹਾਡਾ ਨਾਲ ਦੀ ਨਾਲ ਆ ਜਾਂਦਾ ਹੁੰਦਾ ਸੀ। ਤੇ ਇਹ ਕਿਸ ਤਰ੍ਹਾਂ ਰਿਹਾ ਜੀ? ਸ਼ਾਇਰੀ ਨਾਲ ਕਿਸ ਤਰ੍ਹਾਂ ਜੁੜੇ? ਉਸ ਤੋਂ ਬਾਅਦ ਤੁਸੀਂ ਇੱਕ ਬੁੱਕ ਵੀ ਤੁਸੀਂ ਲਿਖੀ, ਹਾਂਜੀ, ਹੁਣ ਵੀ ਅੱਗੇ ਵੀ ਜ਼ਰੂਰ। ਸਾਹਿਤ ਦੇ ਨਾਲ ਜੁੜੇ ਹੋਏ। ਸਾਹਿਤ ਦੇ ਨਾਲ ਸ਼ਾਇਰੀ ਦੇ ਨਾਲ ਕਿਸ ਤਰ੍ਹਾਂ ਜੁੜੇ ਜੀ? ਮੈਨੂੰ ਵੈਸੇ ਸ਼ਾਇਰੀ ਦਾ ਸ਼ੁਰੂ ਤੋਂ ਸ਼ੌਕ ਸੀਗਾ। ਮੈਂ ਬੜੀ ਛੋਟੇ ਹੁੰਦਿਆਂ ਲਿਖਦੀ ਸੀਗੀ। ਮੈਨੂੰ ਕਿਉਂਕਿ ਮੈਂ ਹੋਸਟਲ 'ਚ ਰਹਿੰਦੀ ਸੀ ਤੇ ਮੈਨੂੰ ਆਪਣੇ ਮਾਂ-ਪਿਓ ਤੋਂ ਦੂਰ ਰਹਿਣ ਦਾ ਵੀ ਬੜਾ ਦੁੱਖ ਲੱਗਦਾ ਸੀ। ਫਿਰ ਮੈਂ ਜਦੋਂ ਆਲੇ-ਦੁਆਲੇ ਚੀਜ਼ਾਂ ਦੇਖਦੀ ਸੀ ਤੇ ਮੈਨੂੰ ਬੜਾ ਦੁੱਖ ਦਿੰਦੀਆਂ ਸੀ। ਫਿਰ ਮੈਂ ਹੌਲੀ-ਹੌਲੀ ਲਿਖਣਾ ਸ਼ੁਰੂ ਕਰ ਦਿੱਤਾ। ਉਹ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਇਹ ਕਵਿਤਾਵਾਂ ਨੇ।
ਜੀ ਬੜੇ ਛੋਟੇ ਹੁੰਦਿਆਂ ਮੈਨੂੰ ਇਹ ਸੀਗਾ ਕਿ ਮੈਨੂੰ ਲਿਖਣ ਦਾ ਬੜਾ ਸ਼ੌਕ ਹੈ। ਅੱਜ ਵੀ ਮੈਂ ਜਰਨਲ ਰੋਜ਼ ਲਿਖਦੀ ਹਾਂ, ਆਪਣੀ ਹੂੰ ਡਾਇਰੀ ਰੋਜ਼ ਲਿਖਦੀ ਹਾਂ। ਉਹ ਲਿਖਣਾ ਕਦੋਂ ਕਵਿਤਾ ਬਣ ਗਿਆ ਮੈਨੂੰ ਆਪ ਨਹੀਂ ਪਤਾ ਲੱਗਾ। ਸੋ ਮੈਨੂੰ ਲੱਗਦਾ ਮੈਂ ਤੇ ਕਵਿਤਾ ਦੋਵੇਂ ਇਕੱਠੇ ਹੀ ਜਵਾਨ ਹੋਏ ਆ। ਜੀ ਕੁੜੀ ਦਾ ਨਾਮ ਨਹੀਂ ਹੈਗਾ ਕਵਿਤਾ, ਕਵਿਤਾ ਪੋਇਟਰੀ ਨੂੰ ਕਹਿ ਰਹੀ ਹਾਂ। ਸੋ ਉਹ ਮੈਨੂੰ ਲੱਗਦਾ ਕਿ ਅਸੀਂ ਦੋਨੋਂ ਇਕੱਠੇ ਜਵਾਨ ਹੋਏ ਆ। ਫਿਰ ਹੌਲੀ ਹੌਲੀ ਮੈਨੂੰ ਮੇਰੇ ਟੀਚਰਸ ਮਿਲੇ ਜਦੋਂ ਮੈਂ ਕਾਲਜ ਗਈ, ਤੇ ਉਹ ਉੱਥੇ ਕਿਤਾਬਾਂ ਉਹ ਛਪਦੀ ਹੈ ਨਾ, ਮੈਗਜ਼ੀਨ ਛਪਦੀ ਮੈਗਜ਼ੀਨ ਕਾਲਜ ਹਾਂਜੀ ਦੀ, ਉਹਦੇ 'ਚ ਮੇਰੀਆਂ ਕਵਿਤਾਵਾਂ ਛਪੀਆਂ। ਜੀ ਤੇ ਮੇਰੇ ਟੀਚਰਸ ਨੇ ਮੈਨੂੰ ਬੜਾ ਗਾਈਡ ਕੀਤਾ। ਫਿਰ ਉਹਦੇ 'ਚ ਮੈਂ ਥੋੜ੍ਹੀ ਹੋਰ ਪਰਿਪੱਕਤਾ ਕੀਤੀ। ਫਿਰ ਹੌਲੀ ਹੌਲੀ ਸ਼ਾਇਰੀ ਜਿਹੜੀ ਸੀ ਉਹ ਮੈਨੂੰ ਫਿਰ ਪੜ੍ਹਨ ਦਾ ਵੀ ਬੜਾ ਸ਼ੌਕ ਸੀ। ਮੈਂ ਕਵਿਤਾਵਾਂ ਯੂਥ ਫੈਸਟੀਵਲ ਦੇ ਉੱਤੇ ਮੇਰੀਆਂ ਬੜੀਆਂ ਪੋਪੂਲਰ ਹੁੰਦੀਆਂ ਸੀਗੀਆਂ। ਜੀ ਫਿਰ ਉਹ ਵਿਧਾ ਜਿਹੜੀ ਉਹ ਮੇਰੇ ਅੰਦਰ ਹੀ ਹੈ। ਮੈਨੂੰ ਲੱਗਦਾ ਕੁਝ ਚੀਜ਼ਾਂ ਤੁਹਾਨੂੰ ਕੁਦਰਤ ਦੇ ਕੇ ਭੇਜਦੀ ਹੈ। ਬਿਲਕੁਲ ਮੈਨੂੰ ਲੱਗਦਾ ਕਿ ਸ਼ਾਇਰੀ ਮੈਨੂੰ ਦੇ ਕੇ ਭੇਜੀ ਉਹਨਾਂ ਨੇ। ਜੀ ਕਿਉਂਕਿ ਮੈਂ ਅੱਜ ਸੋਚਦਾ ਸੀ ਕਿ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੇਅਰ ਜ਼ਰੂਰ ਬੋਲੂੰਗਾ, ਪਰ ਮੈਨੂੰ ਪਤਾ ਲੱਗ ਗਿਆ ਕਿ ਬਸ ਦਾ ਕੰਮ ਨਹੀਂ ਹੈ, ਇਹ ਔਖਾ ਕੰਮ ਹੈ। ਨਹੀਂ ਤੇ ਨਹੀਂ ਉਸ ਤੋਂ ਬਾਅਦ ਜੀ ਇੱਕ ਤੁਹਾਨੂੰ ਮਾਣ ਵੀ ਮਹਿਸੂਸ ਹੋਇਆ ਕਿ ਤੁਸੀਂ ਆਰਟ ਕੌਂਸਲ, ਪੰਜਾਬ ਆਰਟ ਕੌਂਸਲ ਦੇ ਚੇਅਰਪਰਸਨ ਰਹੇ ਹੋ। ਉਹ ਥੋੜ੍ਹਾ ਸਾਨੂੰ ਦੱਸੋ ਬਰੀਫ ਦੇ ਵਿੱਚ ਹੀ, ਉਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ? ਉਹ ਸਫ਼ਰ ਮੇਰਾ ਬੜਾ ਖਤਰਨਾਕ ਸੀ। ਜੀ ਬਿਲਕੁਲ ਉਹ ਖਤਰਨਾਕ ਸੀ ਕਿਉਂਕਿ ਬੁੱਧੀਜੀਵੀ ਵਰਗ ਨੇ ਇੱਕ ਨੌਜਵਾਨ ਕੁੜੀ ਦਾ ਡਟ ਕੇ ਵਿਰੋਧ ਕੀਤਾ। ਹੂੰ ਉਹਨਾਂ ਨੂੰ ਇਹ ਸ਼ਾਇਦ ਪੰਜਾਬ ਦੇ ਜਿਹੜੇ ਇੰਟੈਲੈਕਚੁਅਲ ਕਲਾਸ ਆਫ ਆਦਮੀਆਂ ਦੀ ਹੈ, ਜੀ ਜਿਨ੍ਹਾਂ ਨੂੰ ਇਹ ਜਿਹੜੇ ਮੰਨਦੇ ਨੇ ਕਿ ਇੱਕ ਸੰਗਠਨ ਹੈ ਉਹਨਾਂ ਦਾ, ਔਰ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਸਿਆਣਾ ਕੋਈ ਪੈਦਾ ਨਹੀਂ ਹੋ ਸਕਦਾ। ਬਿਲਕੁਲ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਇੱਕ ਨੌਜਵਾਨ ਕੁੜੀ, ਉਹ ਕਿਉਂਕਿ ਬਜ਼ੁਰਗਾਂ ਦੀ ਸੰਸਥਾ ਹੈ, ਮੈਂ ਉਹਨੂੰ ਮੰਨਦੀ ਹਾਂ ਕਿ ਉਹ ਬਜ਼ੁਰਗਾਂ ਦੀ ਸੰਸਥਾ ਹੈ। ਹੂੰ ਉੱਥੇ ਸਦਾ ਬਜ਼ੁਰਗ ਹੀ ਰਹੇ ਨੇ। ਉੱਥੇ ਉਹ ਨੌਜਵਾਨਾਂ ਨੂੰ ਬਹੁਤਾ ਮਤਲਬ ਉਹ ਸਮਝਦੇ ਕੁਛ ਨਹੀਂ। ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ। ਐਕਸੈਪਟ ਕਰਨਾ ਵੀ ਔਖਾ ਮੁਸ਼ਕਿਲ ਹੋ ਨਹੀਂ, ਜਾਂਦਾ। ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਕਿੱਥੇ ਅਕਲ ਹੈ। ਔਰ ਉਹਨਾਂ ਲਈ ਇਹ ਮੰਨਣਾ ਕਿ ਇੱਕ ਨੌਜਵਾਨ ਕੁੜੀ ਜੋ ਲੀਡ ਕਰ ਸਕਦੀ ਹੈ, ਜੋ ਦਿਸ਼ਾ ਦੇ ਸਕਦੀ ਹੈ, ਜਿਸ ਕੰਮ ਲਈ ਉਹ ਆਰਟ ਕੌਂਸਲ, ਮੈਂ ਅੱਜ ਵੀ ਕਹਿੰਦੀ ਹਾਂ ਕਿ ਉਹ ਆਰਟ ਕੌਂਸਲ ਪੰਜਾਬ ਦੇ ਕਲਾਕਾਰਾਂ ਦਾ ਅਦਾਰਾ ਹੈ। ਬਿਲਕੁਲ ਉਹਨਾਂ ਕਲਾਕਾਰਾਂ ਦਾ ਨਹੀਂ ਜਿਹੜੇ 10-10 ਲੱਖ ਰੁਪਇਆ ਲੈ ਕੇ ਕਮਰਸ਼ੀਅਲ ਕਲਾਕਾਰ ਨੇ। ਜੀ ਉਹ ਉਹਨਾਂ ਕਲਾਕਾਰਾਂ ਦਾ ਅਦਾਰਾ ਹੈ ਜਿਨ੍ਹਾਂ ਨੇ ਕਲਾ ਨੂੰ ਸਾਂਭ ਕੇ ਰੱਖਿਆ ਹੋਇਆ। ਪੰਜਾਬ ਦੇ ਲੋਕ ਗੀਤ, ਮੈਂ ਹੁਣ ਇੱਕ ਪ੍ਰੋਗਰਾਮ ਕਰ ਰਹੀ ਹਾਂ ਰੇਡੀਓ ਤੇ, ਜੀ ਤੁਸੀਂ ਮੰਨੋਗੇ ਮੈਂ ਲੋਕ ਨਾਚਾਂ ਤੇ ਕੰਮ ਕਰ ਰਹੀ ਹਾਂ, ਤੇ ਮੈਨੂੰ ਗੂਗਲ ਤੇ ਜਾਂ ਯੂਟਿਊਬ ਤੇ ਕਿਸੇ ਇੱਕ ਬੰਦੇ ਦਾ ਬਾਇਓਗ੍ਰਾਫੀ ਨਹੀਂ ਮਿਲੀ। ਮਤਲਬ ਚਾਹੇ ਉਹ ਮਤਲਬ ਭਾਨਾ ਰਾਮ ਹੋਣ ਜਿਨ੍ਹਾਂ ਨੇ ਜੀ ਪਹਿਲਾ ਢੋਲ ਪੰਜਾਬ 'ਚ ਆ ਕੇ ਵਜਾਇਆ, ਚਾਹੇ ਉਹ ਪੋਖਰ ਸਿੰਘ ਸੀ ਜਿਨ੍ਹਾਂ ਨੇ ਝੂਮਰ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤਾ। ਮੇਰੀ ਮਤਲਬ ਪੰਮੀ ਬਾਈ ਜੀ ਦੇ ਨਾਲ, ਹੋਰ ਭੋਲਾ ਕਲਹਿਰੀ, ਉਹਨਾਂ ਨਾਲ ਜੀ ਮੈਨੂੰ ਮਤਲਬ 15 ਦਿਨ ਲੱਗੇ ਉਹਨਾਂ ਨਾਲ ਗੱਲ ਕਰਕੇ ਥੋੜ੍ਹਾ ਥੋੜ੍ਹਾ ਉਹਨਾਂ ਦੇ ਬਾਰੇ ਜਾਣਨ ਦਾ ਮੈਨੂੰ ਮੌਕਾ ਮਿਲਿਆ। ਪਰ ਸਾਡੇ ਉਹ ਫਨਕਾਰ ਨੇ ਜਿਨ੍ਹਾਂ ਨੇ ਇਹ ਵਿਰਸਾ ਸੰਭਾਲ ਕੇ ਰੱਖਿਆ, ਤੇ ਉਹਨਾਂ ਨੂੰ ਕੌਣ ਸਾਂਭੇਗਾ? ਬਿਲਕੁਲ ਸਰਕਾਰਾਂ ਦੇ ਕੋਲ ਤੇ ਟਾਈਮ ਨਹੀਂ ਹੈ, ਪਰ ਅਦਾਰੇ ਬਣੇ ਹੋਏ ਨੇ। ਤੁਸੀਂ ਅਗਰ ਟੀਚਰਸ ਨੂੰ ਸੰਭਾਲਣਾ ਤੇ ਟੀਚਰ ਯੂਨੀਅਨ ਹੈ, ਉਹਨਾਂ ਦਾ ਟੀਚਰਾਂ ਦਾ ਇੱਕ ਸੰਸਥਾ ਹੈ। ਸੋ ਮੈਨੂੰ ਇਹ ਲੱਗਦਾ ਸੀਗਾ ਕਿ ਕਲਾਕਾਰਾਂ ਦਾ ਇੱਕ ਹੱਬ ਹੈ, ਔਰ ਉਹਨੂੰ ਅਸੀਂ ਉਹਨਾਂ ਕਲਾਕਾਰਾਂ ਦੇ ਨਾਲ ਉਹ ਮੈਂ ਜ਼ਰੂਰ ਜੋੜ ਦੇਵਾਂ। ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੱਲ, ਮਤਲਬ ਉਹਨਾਂ ਨੂੰ ਨਾ ਸਿਆਣੀ ਗੱਲ, ਉਹਨਾਂ ਨੂੰ ਸਿਆਣੇ ਬੰਦਿਆਂ ਨੂੰ ਕੋਈ ਕਵੇ ਨਾ, ਤੇ ਸਾਡੇ ਪੰਜਾਬ ਦੀ ਰਿਵਾਜ਼ ਹੈ ਕਿ ਬਿਲਕੁਲ ਉਹ ਉਹਨੂੰ ਮੰਨਦੇ ਨਹੀਂ। ਉਹ ਕਹਿੰਦੇ ਵੀ ਉਹ ਕਹਿੰਦੇ ਜੀ ਉਮਰ ਅਕਲ ਸਿਰਫ ਉਹ ਕਹਿੰਦੇ ਬਦਾਮ ਖਾਣਾ ਤੇ ਵਾਲ ਚਿੱਟੇ ਕਰਨ ਨਾਲ ਆਉਂਦੀ। ਨਹੀਂ ਉਹ ਕਹਿੰਦੇ ਵੀ ਇਹ ਸਾਡੇ ਚਿੱਟੇ ਹੋ ਗਏ, ਵੀ ਸਾਨੂੰ ਆ ਗਈ ਆ, ਉਹ ਮੰਨੀ ਬੈਠੇ ਆ, ਇਸ ਕਰਕੇ ਉਹ ਨਵੇਂ ਨੂੰ ਕਈ ਵਾਰੀ ਐਕਸੈਪਟ ਨਹੀਂ ਕਰਦੇ। ਉਹਨਾਂ ਦਾ ਮਸਲਾ ਇਹ ਨਹੀਂ ਹੈ ਨਾ ਕਿ ਉਹਨਾਂ ਨੇ ਕੁਝ ਕਰਨਾ ਹੈ, ਉਹ ਕਰਕੇ ਥੱਕ ਚੁੱਕੇ ਨੇ, ਤੇ ਉਹਨਾਂ ਲਈ ਉਹ ਕੁਰਸੀਆਂ ਜਿਹੜੀਆਂ ਨੇ, ਉਹਨਾਂ ਦਾ ਅਹਿਮ ਐਡਾ ਵੱਡਾ ਹੈ ਕਿ ਅਸੀਂ ਇਹ ਆ, ਮੈਨੂੰ ਕੁਝ ਬਣਨਾ ਨਹੀਂ ਹੈ। ਮੈਨੂੰ ਇੰਨੀ ਮੁਹੱਬਤ, ਮੇਰੀ ਔਕਾਤ ਤੋਂ ਵੱਧ, ਜ਼ਰੂਰਤ ਤੋਂ ਵੱਧ ਮੈਨੂੰ ਪੰਜਾਬੀਆਂ ਨੇ ਮੁਹੱਬਤ ਕੀਤੀ ਹੈ। ਔਰ ਮੈਨੂੰ ਪਰਮਾਤਮਾ ਨੇ ਇੰਨਾ ਕੁਝ ਨਵਾਜ਼ਿਆ ਹੈ ਜਿਹਦੇ ਸ਼ਾਇਦ ਮੈਂ ਕਾਬਿਲ ਵੀ ਨਹੀਂ ਸੀ। ਮੇਰਾ ਸਿਰਫ ਇੰਨਾ ਹੀ ਹੈ ਕਿ ਮੈਂ ਕੁਝ ਦੇਣਾ ਚਾਹੁੰਦੀ ਸਾਂ। ਮੈਂ ਚਾਹੁੰਦੀ ਸਾਂ ਕਿ ਇੱਕ ਸੰਸਥਾ ਬਣ ਕੇ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਜਾਂ ਉਹਨਾਂ ਦਾ ਭਵਿੱਖ ਸਾਂਭਿਆ ਜਾਏ ਜਿਨ੍ਹਾਂ ਨੇ ਸਾਡੀਆਂ ਲੋਕ ਪਰੰਪਰਾਵਾਂ, ਲੋਕ ਧਾਰਾਵਾਂ ਨੂੰ ਸਾਂਭਿਆ ਹੋਇਆ ਹੈ। ਪਰ ਉਹ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਫਿਰ ਮੈਂ ਕਿਹਾ ਵੀ ਇਹਨਾਂ ਨਾਲ ਮੈਂ ਜੇ ਇਹਨਾਂ ਨੂੰ ਸਮਝਾਉਣ ਲੱਗੀ ਤਾਂ ਗੱਲ ਔਖੀ ਹੋ ਜਾਣੀ, ਕੁਝ ਹੋਰ ਕਰ ਲੈਂਦੀ ਹਾਂ। ਫਿਰ ਮੈਂ ਵਕੀਲ ਬਣ ਗਈ। ਨਹੀਂ, ਇਹ ਇੰਟਰਨੈਸ਼ਨਲ ਵੂਮੈਨ ਡੇ ਤੇ ਅੱਜ ਔਰਤ ਦਿਵਸ ਦੇ ਉੱਪਰ ਇਹ ਮੇਰੇ ਲਈ ਮਤਲਬ ਚੰਗਾ, ਮਤਲਬ ਸੁਹਾਗਾ ਦਿਨ ਹੈ ਕਿ ਮੈਂ ਇੱਕ ਸਟਰੋਂਗ ਔਰਤ ਦੇ ਨਾਲ ਅੱਜ ਮੈਂ ਗੱਲ ਕਰ ਰਿਹਾ। ਤੇ ਤੁਸੀਂ ਕੋਵਿਡ ਦੇ ਇੱਦਾਂ ਲੱਗਦਾ ਕਿ ਜਿੱਦਾਂ ਕੋਵਿਡ ਤੁਹਾਨੂੰ ਰਾਸ ਵੀ ਆ ਗਿਆ ਹੁੰਦਾ,
ਵੀ ਤੁਹਾਡੀ ਜਿਹੜੀ ਲਾਅ ਦੀ ਇੱਥੇ ਅਪਗ੍ਰੇਡ ਤੁਸੀਂ ਅਪਗ੍ਰੇਡ ਕੀਤਾ, ਉਹ ਹੋ ਗਿਆ। ਅਗਰ ਮਤਲਬ ਨਾ ਇੱਦਾਂ ਦਾ ਸਮਾਂ, ਸ਼ਾਇਦ ਤੁਸੀਂ ਬਿਜ਼ੀ ਇੰਨੇ ਸੀ, ਸ਼ਾਇਦ ਨਾ ਸਮਾਂ ਮਿਲਦਾ, ਸ਼ਾਇਦ ਇਹ ਨਾ ਕਰਦੇ। ਕਿ ਇਹ ਕੈਨੇਡਾ ਕਦੋਂ ਆ ਕੇ ਤੁਸੀਂ ਇਹ ਸ਼ੁਰੂ ਕੀਤਾ ਜੀ? ਮੈਂ ਵੈਸੇ ਆਈ ਤੇ ਪ੍ਰੋਗਰਾਮਾਂ ਦੇ ਲਈ ਸੀਗੀ ਇੱਥੇ, ਜੀ ਲੇਕਿਨ ਬਾਈ ਚਾਂਸ ਹੀ ਲੋਕਡਾਊਨ ਹੋ ਗਿਆ। ਉਦੋਂ ਕਿਸੇ ਨੇ ਵੀ ਨਹੀਂ ਸੀ ਸੋਚਿਆ, ਜੋ ਜੀ ਜਿੱਥੇ ਸੀ ਉੱਥੇ ਇੱਕਦਮ ਹੀ ਹੀ, ਸਾਰਾ। ਮਤਲਬ ਜਿਹੜਾ ਇੰਡੀਆ ਸੀ ਉਹ ਇੰਡੀਆ ਰਹਿ ਗਿਆ, ਜਿਹੜਾ ਇੰਗਲੈਂਡ ਸੀ ਉਹ ਇੰਗਲੈਂਡ ਜੀ ਮਤਲਬ ਜਿੱਥੇ ਜਿੱਥੇ ਉਹ ਕਹਿੰਦੇ ਨਹੀਂ, ਸਾਡੇ ਕੋਰਟ ਦੀ ਭਾਸ਼ਾ 'ਚ ਲਾਅ ਦੀ ਕਹਿੰਦੇ ਸਟੇਟਸ ਕਿਉ, ਵੀ ਜੀ ਉਹ ਸਟੇਟਸ ਕੋ ਹੋ ਗਿਆ, ਵੀ ਜਿੱਥੇ ਜਿਵੇਂ ਖੜੇ ਹੋ ਨਾ ਸਟੇ ਹੋ ਗਿਆ। ਜੀ ਤੇ ਉਹ ਮੈਨੂੰ ਲੱਗਾ ਕਿ ਹੁਣ ਕਰਨਾ ਕੀ ਹੈ ਜੀਵਨ ਦੇ ਵਿੱਚ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਮੈਂ ਇਹ ਮੰਨਦੀ ਹੁੰਦੀ ਹਾਂ ਕਿ ਜਦੋਂ ਜ਼ਿੰਦਗੀ 'ਚ ਕੋਈ ਨੁਕਸਾਨ ਹੋ ਗਿਆ ਤਾਂ ਹੋ ਗਿਆ, ਹੁਣ ਇਹਦਾ ਰਿਪੇਅਰ ਕੀ ਹੈ, ਡੈਮੇਜ ਹੈਜ਼ ਬੀਨ ਡਨ, ਲੇਕਿਨ ਹੁਣ ਇਹਦਾ ਆਪਾਂ ਭਰਪਾਈ ਕੀ ਕਰਨੀ। ਤੇ ਜੀ ਮੈਨੂੰ ਲੱਗਾ ਵੀ ਹੁਣ ਇਸ ਸਮੇਂ ਨੂੰ, ਕਿਉਂਕਿ ਮੈਂ ਜ਼ਿੰਦਗੀ 'ਚ ਕਦੀ ਵਿਹਲੀ ਬੈਠੀ ਨਹੀਂ ਆ, ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਮੈਂ ਸਾਰੇ ਦਿਨ 'ਚ ਕੋਈ ਕੰਮ ਨਾ ਕਰਾਂ, ਤੇ ਮੈਨੂੰ ਲੱਗਦਾ ਸ਼ਾਮ ਨੂੰ ਪ੍ਰੋਡਕਟਿਵ ਦਿਨ ਨਹੀਂ, ਤੇ ਮੇਰੇ ਕੋਲ ਇਸ ਧਰਤੀ ਤੇ ਦਿਨ ਬੜੇ ਥੋੜੇ ਨੇ। ਜੀ ਮਤਲਬ ਆਪਾਂ ਨੂੰ ਕਿੰਨੇ ਕੁ 60-65 ਸਾਲ ਮਿਲਦੇ ਨੇ, ਬਿਲਕੁਲ ਉਹਦੇ ਵਿੱਚੋਂ ਵੀ ਅਸੀਂ ਕਿੰਨੀਆਂ ਰਾਤਾਂ ਸੌਂ ਕੇ ਸੌਂ ਕੇ ਗਵਾ ਕੱਢਦੇ ਦਿੰਦੇ ਆ। ਜੀ। ਸੋ ਮੈਨੂੰ ਲੱਗਦਾ ਪਰਮਾਤਮਾ ਨੇ ਸਾਨੂੰ ਇੱਥੇ ਇੱਕ ਕੰਮ ਕਰਨ ਦੇ ਲਈ ਭੇਜਿਆ ਹੈ, ਤੇ ਉਹਨੂੰ ਹਰ ਦਿਨ ਨੂੰ ਤੁਸੀਂ ਜਿਉਣਾ ਹੈ, ਮਤਲਬ ਉਹ ਜੀ ਕੇ ਜਾਣਾ ਹੈ। ਇਸ ਕਰਕੇ ਫਿਰ ਮੈਨੂੰ ਲੱਗਾ ਕਿ ਹੁਣ 2-3-4 ਮਹੀਨੇ ਤੋਂ ਕੁਝ ਨਹੀਂ ਹੋਣਾ। ਸੋ ਪੜ੍ਹਾਈ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀ, ਕਿਤਾਬਾਂ ਨਾਲ ਮੈਨੂੰ, ਔਰ ਮੈਨੂੰ ਐਜੂਕੇਸ਼ਨ ਦਾ ਬੜਾ ਸ਼ੌਕ ਸੀਗਾ। ਫਿਰ ਮੈਨੂੰ ਲੱਗਾ ਕਿ ਮੈਂ ਆਪਣੇ ਫਾਦਰ ਸਾਹਿਬ ਦਾ ਇਹ ਵੀ ਸੁਪਨਾ ਹੁਣ ਪੂਰਾ ਨਾਲ ਲੱਗਦਿਆਂ ਕਰ ਹੀ ਦੇਵਾਂ। ਮੈਨੂੰ ਵੈਸੇ ਇੰਨਾ ਉਹ ਨਹੀਂ ਲੱਗਾ, ਮੈਂ ਤੇ ਬੜਾ ਆਸਾਨੀ ਨਾਲ ਕਰ ਲਿਆ ਲਾਅ। ਤੇ ਤੁਹਾਨੂੰ ਇੱਥੋਂ ਦਾ ਐਜੂਕੇਸ਼ਨ ਸਿਸਟਮ ਵੀ ਬੜਾ ਵਧੀਆ ਲੱਗਿਆ? ਉਹ ਮੈਨੂੰ ਇੱਥੇ ਇੰਨਾ ਚੰਗਾ ਲੱਗਾ। ਦੇਖੋ ਤੁਹਾਡੇ ਦਿਮਾਗ ਨੂੰ ਖੋਲ ਦਿੰਦੇ ਨੇ। ਜੀ ਸਾਡੇ ਕੀ ਹੈ ਕਿ ਸਾਡੇ ਨਾਲ ਉਹ ਮਤਲਬ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਰੱਟਾ ਲਵਾਉਂਦਾ ਰੱਟਾ ਸਿਸਟਮ ਕਿ ਮਾਈ ਬੈਸਟ ਫਰੈਂਡ ਦਾ ਐਸੇ ਲਿਖਣਾ ਹੈ, ਜੀ ਬੈਸਟ ਫਰੈਂਡ ਸਾਰੀ ਉਮਰ ਉਹੀ ਰਹਿਣਾ, ਉਹੀ ਮਤਲਬ ਰਹਿਣਾ। ਸਾਨੂੰ, ਤੁਹਾਨੂੰ, ਮੈਨੂੰ ਸਭ ਨੂੰ ਯਾਦ ਹੈ ਬੈਸਟ ਫਰੈਂਡ। ਬਿਲਕੁਲ ਉਹ ਤੁਹਾਨੂੰ ਸਮਝ ਨਹੀਂ ਦਿੰਦੇ। ਜੀ ਇਸੇ ਕਰਕੇ ਤੁਸੀਂ ਦੇਖੋ ਸਾਡੇ ਉੱਥੇ MA MEd PhD ਕੀਤੇ ਹੋਏ ਵੀ ਲੋਕ ਸਮਝਦਾਰ ਨਹੀਂ ਹੋਣਗੇ। ਬਿਲਕੁਲ ਐਜੂਕੇਸ਼ਨ ਜਿਹੜੀ ਹੈ ਨਾ, ਉਹ ਤੁਹਾਡਾ ਵਿਜ਼ਨ ਖੋਲ੍ਹਣੀ ਚਾਹੀਦੀ ਹੈ। ਅਗਰ ਸਾਡੇ ਸਮਾਜ ਦੇ ਵਿੱਚ ਇਹ ਜਾਗਰੂਕਤਾ ਹੁੰਦੀ ਤੇ ਅੱਜ ਸਾਡਾ ਸੂਬਾ ਬਹੁਤ ਵਿਕਾਸ ਕਰਦਾ। ਜੀ ਕਿਉਂਕਿ ਜਿੰਨੀ ਸਾਡੇ ਉੱਥੇ ਐਜੂਕੇਸ਼ਨ ਹੈ, ਜਿੰਨੇ ਬੱਚੇ ਸਾਡੇ ਡਿਗਰੀਜ਼ ਲੈਂਦੇ ਨੇ, ਤੇ ਉਹਦੇ ਨਾਲ ਐਜੂਕੇਸ਼ਨ, ਉਹਨਾਂ ਦਾ ਦਿਮਾਗ ਕਿਉਂ ਨਹੀਂ ਖੁੱਲਿਆ। ਸੋ ਇੱਥੇ ਕੀ ਹੈ ਕਿ ਜਦੋਂ ਤੁਹਾਨੂੰ ਪੜ੍ਹਾਉਂਦੇ ਨੇ ਤੁਹਾਡੇ ਦਿਮਾਗ ਦੇ, ਜਿਹਨੂੰ ਕਹਿੰਦੇ ਕਪਾਟ ਖੋਲਦੇ ਨੇ। ਜੀ ਉਹਨਾਂ ਨੇ ਜਦੋਂ ਲਾਅ ਕਰਾਇਆ ਤੇ ਉਹਨਾਂ ਨੇ ਇੱਕ ਇੱਕ ਸਾਨੂੰ ਇਦਾਂ ਨਹੀਂ ਕਰਾਇਆ ਵੀ ਇਦਾਂ ਹੁੰਦਾ ਇਦਾਂ ਹੁੰਦਾ। ਉਹ ਕਹਿੰਦੇ ਵੀ ਬੰਦੇ ਨਾਲ ਇਦਾਂ ਹੋ ਗਿਆ ਤੇ ਇਸ ਸਿਚੁਏਸ਼ਨ 'ਚ ਦੱਸੋ ਤੁਸੀਂ ਕੀ ਕਰੋਗੇ। ਉਹ ਪੜ੍ਹਦਿਆਂ ਪੜ੍ਹਦਿਆਂ ਤੁਹਾਨੂੰ ਇੰਨੀ ਕੁ ਵਕਾਲਤ ਸਿਖਾ ਦਿੰਦੇ ਨੇ ਕਿ ਮਤਲਬ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਉਹ, ਹੁਣ ਤੁਸੀਂ ਕੋਈ ਵੀ ਬੰਦਾ ਆਂਦਾ ਹੋਏ ਤੁਸੀਂ ਉਹਨੂੰ ਸਲਾਹ ਦੇ ਦਿੰਦੇ ਹੋ ਵੀ ਇਹਨੂੰ ਇਦਾਂ ਕਰ ਲੈ, ਕਿਉਂਕਿ ਉਹ ਤੁਹਾਡੀ ਇੱਕ ਵਿਜ਼ਨ, ਇੱਕ ਮਸਲ ਜਿਹੜਾ ਲਾਅ ਦਾ ਉਹ ਬਿਲਡ ਕਰ ਦਿੰਦੇ ਨੇ। ਮੈਨੂੰ ਬੜਾ ਖੂਬਸੂਰਤ ਮੈਨੂੰ ਲੱਗਾ ਇੱਥੋਂ ਦੇ ਜਿਹੜੇ ਬੱਚੇ ਐਜੂਕੇਸ਼ਨ ਲੈਂਦੇ ਨੇ, ਉਹਨਾਂ ਦਾ ਉਹ ਕਿੰਨੇ ਵਿਜ਼ਨਰੀ, ਔਰ ਤਾਂ ਹੀ ਮਤਲਬ ਇੰਨਾ ਜ਼ਿਆਦਾ ਉਹਨਾਂ ਦਾ ਗਲੋਬਲ ਵਿਜ਼ਨ ਹੁੰਦਾ। ਮੈਂ ਇੱਕ ਪਿਛਲਾ ਸਵਾਲ ਜੋੜ ਦੇਵਾਂ। ਜਦੋਂ ਅਸੀਂ ਐਂਟੀਨਾ ਘੁਮਾ ਕੇ ਜਲੰਧਰ ਦੂਰਦਰਸ਼ਨ ਦੇਖਦੇ ਹੁੰਦੇ ਸੀ, ਕਿ ਅਸੀਂ ਤਾਂ ਇਹ ਸੈੱਟ ਕਰਦੇ ਸੀ ਕਿ ਵੀ ਅਸੀਂ ਦੇਖ ਲਈਏ, ਪ੍ਰੋਗਰਾਮ ਲੰਘ ਨਾ ਜਾਵੇ। ਪਰ ਇੱਕ ਤੁਹਾਡੇ ਨਾਲ ਕਿੱਸਾ ਇਹ ਰਿਹਾ, ਤੁਸੀਂ ਐਂਟੀਨਾ ਘੁਮਾ ਦਿੰਦੇ ਕਿ ਸਾਨੂੰ ਘਰੇ ਨਾ ਕੋਈ ਦੇਖ ਲਵੇ। ਮੈਂ ਜਦੋਂ ਟੀਵੀ 'ਚ ਆਉਂਦੀ ਸੀ ਮੈਨੂੰ ਸ਼ਰਮ ਬੜੀ ਆਉਂਦੀ ਸੀ ਕਿ ਮੇਰੇ ਘਰ ਖਾਨਦਾਨ ਵਾਲੇ ਵੇਖਣ ਨਾ ਮੈਨੂੰ। ਸੋ ਮੇਰੇ ਫਾਦਰ ਸਾਹਿਬ ਨੂੰ ਮਤਲਬ ਉਹ ਦੁਬਈ ਸੀਗੇ ਜਦੋਂ ਮੈਂ ਪ੍ਰੋਗਰਾਮ ਕੀਤਾ, ਤੇ ਉਹ ਜਦੋਂ ਆਏ ਤੇ ਸਾਨੂੰ ਡਰ ਲੱਗਦਾ ਸੀਗਾ ਕਿ ਕਿਤੇ ਗੁੱਸੇ ਨਾ ਹੋਣ। ਸਾਡੇ ਘਰਾਂ 'ਚ ਅੱਜ ਵੀ ਅਸੀਂ ਡਰਦੇ ਹਾਂ ਮਾਂ ਪਿਓ ਕੋ। ਉਹ ਫਿਰ ਮੈਂ ਐਂਟੀਨਾ ਘੁਮਾ ਦੇਣਾ ਵੀ ਪ੍ਰੋਗਰਾਮ ਨਾ ਕੋਈ, ਮੈਂ ਉੱਥੇ ਕਹਿਣਾ ਵੀ ਵਾਹਿਗੁਰੂ ਕੋਈ ਮੇਰਾ ਪ੍ਰੋਗਰਾਮ ਨਾ ਦੇਖੇ। ਜੀ ਫਿਰ ਹੌਲੀ ਹੌਲੀ ਮੇਰੇ ਮਾਸੀ ਜੀ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਦੱਸਿਆ। ਫਿਰ ਮੇਰੇ ਫਾਦਰ ਸਾਹਿਬ 1-2 ਪ੍ਰੋਗਰਾਮਾਂ ਤੇ ਨਾਲ ਗਏ। ਜੀ ਫਿਰ ਉਹਨਾਂ ਨੂੰ ਬੜੀ ਰਿਸਪੈਕਟ ਸਾਰਿਆਂ ਨੇ ਦਿੱਤੀ। ਫਿਰ ਉਹਨਾਂ ਨੂੰ ਲੱਗਾ ਨਹੀਂ ਬੜਾ ਅੱਛਾ, ਇਹਦਾ ਫੀਲਡ ਜਿਹੜਾ ਬੜਾ ਡਿਫਰੈਂਟ ਹੈ। ਤੇ ਉਹ ਤਾਂ ਸਮਾਂ ਬੜਾ ਪੁਰਾਣਾ ਸੀ ਜੀ, ਮਤਲਬ ਕਈ ਸਾਲਾਂ ਦੀ ਗੱਲ ਹੋ ਗਈ ਉਹ। ਤੇ ਹੁਣ ਤੁਸੀਂ ਕਿੱਦਾਂ ਦੇਖਦੇ ਹੋ ਕਿ ਹੁਣ ਪੰਜਾਬ ਦੇ ਵਿੱਚ ਉਸ ਡਿਵੈਲਪਮੈਂਟ ਆ ਗਈ ਹੈ ਜੀ, ਕੁੜੀਆਂ ਨੂੰ ਆਜ਼ਾਦੀ ਹੈ ਹੁਣ, ਮਤਲਬ ਸਾਰੇ ਪਾਸੇ ਹਰ ਕੰਮ ਦੇ ਵਿੱਚ ਉਹ ਜਾਣਾ ਚਾਹੁੰਦੀਆਂ। ਜਿਸ ਤਰ੍ਹਾਂ ਟੀਵੀ ਦੇ ਵਿੱਚ ਹੁਣ ਤਾਂ ਸ਼ਮੂਲੀਅਤ ਹੋਣੀ ਵੀ ਸ਼ੁਰੂ ਹੋ ਗਈ, ਕੁੜੀਆਂ ਬਹੁਤ ਸਾਰੀਆਂ ਜਿਹੜੀਆਂ ਟੀਵੀ ਦੇ ਉੱਪਰ ਆ ਗਈਆਂ। ਤੇ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਵੀ, ਪੰਜਾਬੀ ਮੀਡੀਆ ਦੇ ਵਿੱਚ ਹੀ ਬਹੁਤ ਸਾਰੀਆਂ ਕੁੜੀਆਂ ਕੰਮ ਕਰਨਾ ਸ਼ੁਰੂ ਕਰਤੀਆਂ। ਪਰ ਤੁਸੀਂ ਕਿੱਦਾਂ ਦੇਖਦੇ ਹੋ ਜੀ ਹੁਣ ਵੀ ਇਹ ਹੁਣ ਡਿਵੈਲਪਮੈਂਟ ਹੋ ਗਈ ਹੈ, ਜਾਂ ਕੁੜੀਆਂ ਆਲਰੇਡੀ ਜਿੱਦਾਂ ਕਹਿ ਲਓ ਕੁੜੀਆਂ ਦੇ ਬਰਾਬਰ ਆ ਗਈਆਂ? ਜਿਸ ਤਰ੍ਹਾਂ ਤੁਹਾਡਾ ਮੈਂ ਉਹ ਸ਼ਬਦ ਮੈਨੂੰ ਬੜਾ ਵਧੀਆ ਕਿ ਤੁਸੀਂ ਇਹ ਨਾ ਕਹੋ ਕਿ ਕੁੜੀਆਂ ਨੂੰ ਬਰਾਬਰ ਆਉਣਾ ਚਾਹੀਦਾ, ਕੁੜੀਆਂ ਬਰਾਬਰ ਆ ਗਈਆਂ ਹੁਣ, ਤੇ ਮੰਨਣਾ ਹੈ ਬਸ। ਬਸ ਮੰਨਣ ਤੇ ਨਹੀਂ ਆ ਰਹੇ। ਦੇਖੋ
ਬਹੁਤ ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਤੇ ਮਤਲਬ ਬਹੁਤ ਘੱਟ ਕੁੜੀਆਂ ਸਨ। ਜੀ ਹੁਣ ਅੱਜ ਇੱਕ ਲੰਬੀ ਵੱਡੀ ਤਾਦਾਦ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਪਿੱਛੇ ਆ ਬਿਲਕੁਲ ਰਹੀ ਹੈ, ਤੇ ਤੁਹਾਨੂੰ ਇਸ ਗੱਲ ਦਾ ਬੜਾ ਪ੍ਰਾਊਡ ਫੀਲ ਹੁੰਦਾ ਕਿ ਉਸ ਰਾਹ ਦੇ ਉੱਤੇ ਇੰਨੀਆਂ ਕੁੜੀਆਂ ਚੱਲ ਰਹੀਆਂ, ਉਹ ਰਾਹ ਇੱਕ ਬਣ ਗਿਆ ਜੋ ਮੈਂ ਚਾਹੁੰਦੀ ਸੀ। ਜੀ ਔਰ ਇਹ ਬਰਾਬਰਤਾ ਵਾਲੀ ਗੱਲ, ਦੇਖੋ ਉਹਨਾਂ ਨੂੰ ਕਿਸੇ ਨੇ ਜਗ੍ਹਾ ਨਹੀਂ ਦਿੱਤੀ, ਅਸੀਂ ਆਪਣੀ ਜਗ੍ਹਾ ਆਪ ਬਣਾਈ ਬਣਾਈ ਹੈ ਹੈ। ਬਿਲਕੁਲ ਮੈਂ ਤੁਹਾਨੂੰ ਕਿਹਾ ਕਿ ਇਹ ਮਤਲਬ ਆਦਮੀ ਤੇ ਸਮਾਜ ਤੇ ਅੱਜ ਵੀ ਇਹ ਚਾਹੁੰਦਾ ਕਿ ਉਹ 100 ਸਾਲ ਪੁਰਾਣੀ ਔਰਤ ਹੋਵੇ। ਮਤਲਬ ਮੈਂ ਕਿਹਾ ਵੀ ਅੱਜ ਨਾ ਸਮਾਜ ਕੀ ਚੱਲ ਰਿਹਾ, ਕਨਫਿਊਜ਼ਨ ਹੋ ਗਈ ਹੈ। ਉਹ ਚਾਹੁੰਦੇ ਨੇ ਕਿ ਔਰਤ ਕਮਾਏ ਬਰਾਬਰ ਦੇ ਆਦਮੀ ਦੇ, ਬਿਲਕੁਲ ਘਰ ਦੀ ਕਿਸ਼ਤ ਵੀ ਦੇਵੇ, ਠੀਕ ਹੈ, ਉਹ ਮੌਰਗੇਜ 'ਚ ਹਿੱਸਾ ਵੀ ਪਾਵੇ, ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰੇ, ਜਿੱਥੇ ਪੈਸੇ ਚਾਹੀਦੇ ਨੇ ਤੇ ਉਹ ਆਪਣਾ ਪ੍ਰੋਵੀਡੈਂਟ ਫੰਡ ਜਾਂ ਜਿਹੜੇ ਸੇਵਿੰਗਸ ਜੀ ਨੇ ਉਹ ਕਢਾ ਬਿਲਕੁਲ ਕੇ ਲੇਕਿਨ ਉਹ ਘਰ ਦੇ ਵਿੱਚ ਜਦੋਂ ਆਵੇ ਨਾ, ਉਹ 100 ਸਾਲ ਪੁਰਾਣੀ ਜਨਾਨੀ ਹੋਵੇ, ਸਵੇਰੇ ਰੋਟੀ ਬਣਾਵੇ, ਦੁਪਹਿਰੀ ਬਣਾਵੇ, ਤੇ ਆਦਮੀ ਬੈਠਾ ਰਿਮੋਟ ਦੇ ਨਾਲ ਨਹੀਂ ਹੋ ਸਕਦਾ ਨਾ। ਉਹ ਵੀ ਥੱਕ ਜਾਂਦੀ ਹੈ। ਜੇ ਉਹ ਬਿਲਕੁਲ ਤੁਸੀਂ 8 ਘੰਟੇ 10 ਘੰਟੇ ਕੰਮ ਕਰਦੇ ਹੋ, ਉਹ ਤੇ 12-14 ਘੰਟੇ ਕੰਮ ਕਰਦੇ, ਉਹਨੇ ਬੱਚੇ ਵੀ ਸਾਂਭਣੇ ਨੇ, ਉਹਨੇ ਆਪਣਾ ਪਰਿਵਾਰ ਵੀ ਦੇਖਣਾ। ਬੜੀਆਂ ਸਾਰੀਆਂ ਕੁੜੀਆਂ ਸਿੰਗਲ ਵਿਮਨਸ ਜਿਹੜੀਆਂ ਨੇ, ਉਹ ਉਹਨਾਂ ਦੇ ਮੁੰਡੇ ਨਹੀਂ ਸਾਂਭ ਰਹੇ, ਕੁੜੀਆਂ ਸਾਂਭ ਰਹੀਆਂ ਨੇ ਆਪਣੇ ਮਾਂ-ਪਿਓ ਨੂੰ। ਬੜੀਆਂ ਸਾਰੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਘਰ ਚਲਾ ਰਹੀਆਂ ਨੇ, ਆਪਣੇ ਮਾਂ-ਪਿਓ ਨੂੰ ਸਾਂਭ ਰਹੀਆਂ ਨੇ। ਔਰ ਇਹ ਸਮਾਜ ਜਿੰਨੀ ਦੇਰ ਤੱਕ, ਮੈਂ ਤੁਹਾਨੂੰ ਕਿਹਾ ਕਿ ਪ੍ਰੋਬਲਮ ਕੀ ਹੋ ਗਈ ਹੈ? ਕਿੱਥੇ ਔਰਤ ਕਹਿ ਰਹੀ ਹੈ ਕਿ ਮੈਂ ਮਤਲਬ ਆਦਮੀ ਨੂੰ ਪਿੱਛੇ ਛੱਡ ਦੇਣਾ, ਜਾਂ ਉਹ ਨਹੀਂ ਉਹਨੂੰ ਤੇ ਚੰਗਾ ਲੱਗਦਾ ਕਿ ਆਦਮੀ ਉਹਦੇ ਬਰਾਬਰ। ਆਦਮੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੇਰੇ ਬਰਾਬਰ ਹੈ। ਤੁਹਾਨੂੰ ਐਕਸੈਪਟ ਕਰਨਾ ਪਏਗਾ ਕਿ ਔਰਤਾਂ ਦੀ ਜਗ੍ਹਾ ਬਰਾਬਰ ਦੀ ਹੈ। ਉਹ ਹੁਣ ਤੁਹਾਡੇ ਤੇ ਇਸ ਕਰਕੇ ਨਹੀਂ ਤੁਹਾਡੇ ਬਰਾਬਰ ਹੋ ਰਹੀਆਂ ਕਿਉਂਕਿ ਉਹ ਫਾਈਨੈਂਸ਼ੀਅਲੀ ਡਿਪੈਂਡੈਂਟ ਨੇ, ਉਹਨਾਂ ਕੋਲ ਘਰ ਨਹੀਂ ਹੈ, ਉਹ ਲੈ ਸਕਦੀਆਂ ਨੇ ਘਰ, ਉਹ ਆਪਣੇ ਬੱਚੇ ਨਹੀਂ ਪਾਲ ਰਹੀਆਂ ਨੇ, ਬੱਚੇ ਉਹ ਤੁਹਾਡੇ ਤੋਂ ਬਿਨਾਂ ਵੀ ਪਾਲ ਰਹੀਆਂ ਨੇ, ਉਹ ਬੱਚੇ ਉਹ ਆਪ ਰਹਿ ਰਹੀਆਂ ਨੇ। ਉਹਨਾਂ ਨੂੰ ਇੱਜ਼ਤ ਦਿਓ, ਉਹਨਾਂ ਨੂੰ ਮੁਹੱਬਤ ਦਿਓ। ਔਰਤ ਹੋਰ ਕੁਝ ਨਹੀਂ ਮੰਗਦੀ, ਉਹਨੂੰ ਇਹ ਹੈ ਕਿ ਇੱਕ ਰਿਸਪੈਕਟ। ਜੇ ਉਹ ਵੀ ਥੱਕ ਕੇ ਆਈ ਹੈ ਤੇ ਇਹ ਮੈਨੂੰ ਲੱਗਦਾ ਕਿ ਸਾਡਾ ਫਰਜ਼ ਬਣਦਾ ਕਿ ਇੱਕ ਸਾਨੂੰ ਇਹ এনवायरमेंट ਆਪਣੇ ਮੁੰਡਿਆਂ ਦੇ ਵਿੱਚ ਕ੍ਰੀਏਟ ਕਰਨਾ ਪਏਗਾ ਕਿ ਦੇਖੋ ਉਹ ਵੀ ਵਿਚਾਰੀ ਥੱਕ ਕੇ ਆਈ ਹੈ, ਜੀ ਜੇ ਤੂੰ 2 ਮਿੰਟ ਉੱਠ ਕੇ ਚਾਹ ਬਣਾ ਲੇਗਾ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ, ਉਹ ਵੀ ਕਰਦੀ। ਮੈਨੂੰ ਲੱਗਦਾ ਜਿਹੜੀ ਦੇਖੋ ਦੋ ਜਣੇ ਅਗਰ ਬਰਾਬਰ ਤੇ ਆਪਣੇ ਆਪ ਨੂੰ ਅੰਡਰਸਟੈਂਡ ਕਰ ਲੈਣ कि ओके कहते भी मैंने कही तुमने मानी और सब कहें कि दोनों ब्रह्म ज्ञानी। ਉਹ ਮੇਰੇ ਮੰਮੀ ਕਹਿੰਦੇ ਹੁੰਦੇ ਨੇ ਇਹ ਗੱਲ, ਤੇ ਮੈਨੂੰ ਲੱਗਦਾ ਕਿ ਸਿਰਫ ਇੰਨੀ ਕੁ ਗੱਲ ਹੈ ਕਿ ਇੱਕ ਦੂਜੇ ਨੂੰ ਸਮਝ ਕੇ ਆਪਣਾ ਪਰਿਵਾਰ ਕਿਵੇਂ ਚਲਾਉਣਾ ਹੈ, ਇਹ ਤੁਸੀਂ ਸਮਝ ਸਕਦੇ ਹੋ, ਤੇ ਮੈਨੂੰ ਲੱਗਦਾ ਸਮਾਜ ਬਿਹਤਰ ਹੋ ਸਕਦਾ ਹੈ। ਦੂਸਰੀ ਗੱਲ ਇਹ ਕਿ ਸਮਾਜ ਦੇ ਵਿੱਚ ਕੁੜੀਆਂ ਦਾ ਰੋਲ ਬਹੁਤ ਵੱਡਾ ਹੋ ਰਿਹਾ, ਔਰ ਅਗਰ ਮਤਲਬ ਉਹਨਾਂ ਨੇ ਆਪਣੀ ਥਾਂ ਬਣਾ ਲਈ, ਔਰ ਜਿਸ ਸਪੀਡ 'ਚ ਔਰਤਾਂ ਜਾ ਰਹੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਰਿਸਪੈਕਟ ਔਰ ਉਹਨਾਂ ਦਾ ਸਾਥ ਨਹੀਂ ਦਿਓਗੇ, ਔਰ ਉਹਨਾਂ ਨੂੰ ਡੀਗ੍ਰੇਡ ਕਰਨਾ ਨਹੀਂ ਛੱਡੋਗੇ, ਤੇ ਬਹੁਤ ਜਲਦੀ ਔਰਤਾਂ ਦਾ ਰਾਜ ਹੋਏਗਾ। ਜੀ ਤੇ ਅੱਜ ਕੱਲ ਇੱਕ ਉਹ ਤਾਂ ਚਲੋ ਠੀਕ ਸੀ ਕਿ ਦੂਰਦਰਸ਼ਨ ਤੇ ਸਤਿੰਦਰ ਸੱਤੀ ਨੂੰ ਲੋਕ ਦੇਖ ਲੈਂਦੇ ਸੀ, ਜਾਂ ਪ੍ਰੋਗਰਾਮ ਪਤਾ ਸੀ ਲਿਸ਼ਕਾਰਾ ਹੈ, ਤੁਹਾਡੀ ਸ਼ਾਇਰੀ, ਜਿਹੜਾ ਕੋਈ ਤੁਹਾਡੀ ਸ਼ਾਇਰੀ ਸੁਣਨਾ ਚਾਹੁੰਦਾ ਹੈ ਜਾਂ ਤੁਹਾਨੂੰ ਪਸੰਦ ਕਰਦਾ ਹੈ, ਕਈਆਂ ਤੁਸੀਂ ਰੋਲ ਮਾਡਲ ਵੀ ਕਈਆਂ ਦੇ ਹੋ। ਤੇ ਜਿਸ ਤਰ੍ਹਾਂ ਮੈਂ ਦੇਖ ਵੀ ਰਿਹਾ ਸੀਗਾ, ਸੋਸ਼ਲ ਮੀਡੀਆ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਆ। ਤੇ ਅੱਜ ਕੱਲ ਤੁਸੀਂ ਇੱਕ YouTube ਤੇ ਚੈਨਲ ਵੀ ਹੈ, ਤੇ ਉੱਥੇ ਕੀ ਹੋ ਰਿਹਾ ਜੀ ਅੱਜ ਕੱਲ? YouTube ਤੇ ਕਿਹੜਾ ਚੈਨਲ ਆ, ਉਹ ਵੀ ਸਾਨੂੰ ਦੱਸੋ। ਕਿ ਬਹੁਤੇ ਜਾਣਦੇ ਵੀ ਨੇ, ਪਰ ਅਜੇ ਜਿਹੜੇ ਲੋਕ ਤੁਹਾਡੀ ਇਹਨਾਂ ਗੱਲਾਂ ਨੂੰ ਸੁਣ ਕੇ ਤੁਹਾਡੇ ਨਾਲ ਕੰਟੀਨਿਊ ਜੁੜਨਾ ਵੀ ਚਾਹੁੰਦੇ ਹੋਣਗੇ। ਮੈਂ ਸੋਲ ਬਲੌਗਸ ਦੇ ਨਾਮ ਨਾਲ, ਸਤਿੰਦਰ ਸੱਤੀ ਦੇ ਨਾਮ ਤੋਂ ਚੈਨਲ ਹੈ, YouTube ਚੈਨਲ। ਸੋਲ ਬਲੌਗਸ ਮੈਂ ਸ਼ੁਰੂ ਕੀਤੇ ਸਨ, ਉਹ ਮੈਨੂੰ ਲੱਗਦਾ ਸੀਗਾ ਕਿ ਮੈਂ ਇੰਨਾ ਪੜ੍ਹਦੀ ਹਾਂ ਤੇ ਮੈਂ ਜਿੰਨੀ ਕੁ ਮੈਨੂੰ ਸਮਝ ਹੈ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਾਂ। ਉਹ ਵੀਡੀਓਜ਼ ਬੜੇ ਵਾਇਰਲ ਹੋਏ, ਬੜਾ ਲੋਕਾਂ ਨੇ ਉਹਨੂੰ ਮੁਹੱਬਤ ਦਿੱਤੀ, ਉਹ ਇੰਸਪੀਰੇਸ਼ਨਲ ਵੀਡੀਓਜ਼। ਸੋ ਉਹਦੇ ਨਾਲ ਬੜੇ ਵੱਡੀ ਤਾਦਾਦ 'ਚ ਮੇਰੇ ਨਾਲ ਲੋਕ ਜੁੜੇ ਨੇ, ਔਰ ਮੈਨੂੰ ਇਹ ਗੱਲ ਦੀ ਸਮਝ ਆ ਗਈ ਕਿ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਪਰੇਸ਼ਾਨ ਨੇ, ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਕਲੈਰਿਟੀ ਆਫ ਲਾਈਫ ਨਹੀਂ ਹੈ। ਸਾਨੂੰ ਜ਼ਿੰਦਗੀ ਦਾ ਇਹ ਪਤਾ ਨਹੀਂ ਵੀ ਅਸੀਂ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ। ਜਦੋਂ ਤੁਹਾਡੇ ਕੋਲ ਕੋਈ ਗੋਲ ਹੋਵੇ, ਐਕਚੁਅਲੀ ਸਾਡੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਜਾਂਦਾ ਗੋਲ ਓਰੀਐਂਟਡ। ਉਹਨਾਂ ਨੂੰ ਇਹ ਦੱਸਿਆ ਜਾਂਦਾ ਤੁਸੀਂ ਫਸਟ ਆਉਣਾ, ਕੰਪੀਟੀਟਿਵ ਬਣਾ ਦਿੱਤੇ ਨੇ ਅਸੀਂ ਬੱਚੇ ਕਿ ਫਸਟ ਆਓ, ਫਸਟ ਆ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਵਧੀਆ ਜੌਬ ਕਰੋ, ਅਮੀਰ ਬਣੋ। ਤੁਸੀਂ ਉਹਨਾਂ ਨੂੰ ਬੇਸਿਕ ਸੰਸਕਾਰ ਦੇਣੇ ਭੁੱਲ ਗਏ ਹੋ ਕਿ ਉਹਨਾਂ ਨੂੰ ਚੰਗੇ ਇਨਸਾਨ ਕਿਵੇਂ ਬਣਾਉਣਾ ਅਸੀਂ। ਉਹ ਇੱਕ ਦੂਜੇ ਦਾ ਦਰਦ ਕਿਵੇਂ ਸਮਝਣਗੇ,
ਔਰ ਉਹਨਾਂ ਨੂੰ ਟੀਮ ਸਪਿਰਿਟ ਕਿਵੇਂ ਆਏਗੀ, ਇੱਕ ਦੂਜੇ ਨੂੰ ਨਾਲ ਲੈ ਕੇ ਕਿਵੇਂ ਚੱਲਣਾ, ਸਮਾਜ ਤੇ ਤਾਂ ਹੀ ਬਿਹਤਰ ਹੋਏਗਾ ਨਾ, ਜੇ ਤੁਸੀਂ ਇਕੱਲਾ-ਇਕੱਲਾ ਸਭ ਨੂੰ ਕਰ ਦੇਵੋਗੇ। ਸੋ ਮੈਂ ਉਸ YouTube ਦੇ ਜ਼ਰੀਏ ਕੋਸ਼ਿਸ਼ ਇਹੀ ਕਰਦੀ ਹਾਂ ਕਿ ਜਿੰਨੀਆਂ ਵੀ ਥੋੜ੍ਹੀਆਂ ਜਿਹੀਆਂ ਮੈਨੂੰ ਸਮਝ ਏ ਜ਼ਿੰਦਗੀ ਦੀ, ਔਰ ਜੋ ਮੈਂ ਆਪਣੀ ਜ਼ਿੰਦਗੀ ਨਾਲ ਕੀਤਾ, ਮੈਂ ਆਪਣੇ ਤਜਰਬੇ ਦੇ ਜੀ। ਆਧਾਰ ਤੇ ਹਮੇਸ਼ਾ ਕਹਿੰਦੀ ਹਾਂ ਵੀ ਮੈਂ ਕਹਿੰਦੀ ਹਾਂ, ਉਹ ਮੈਂ ਲੋਕਾਂ ਨਾਲ ਸ਼ੇਅਰ ਕਰਦੀ ਹਾਂ, ਲੋਕਾਂ ਨੂੰ ਚੰਗਾ ਲੱਗਦਾ ਹੈ। ਤੇ ਇੱਕ ਜੀ ਤੁਸੀਂ NGO ਵੀ ਚਲਾਉਂਦੇ ਹੋ, ਹਾਂਜੀ। ਉਹ NGO ਦਾ ਕੀ ਕੰਮ ਹੈ ਜੀ, ਤੇ ਉਹਦਾ ਨਾਮ ਕੀ ਹੈ, ਕਿਸ ਤਰ੍ਹਾਂ? ਦ ਸ਼ੈਲਟਰਸ ਦੇ ਨਾਮ ਤੋਂ NGO ਹੈ, ਔਰ ਉਹਦੇ 'ਚ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਜੀ। ਐਜੂਕੇਸ਼ਨ ਦੇ ਨਾਲ ਮੈਂ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਸੈਲਫ ਇੰਪਲੋਇਡ ਕਰਦੇ ਹਾਂ, ਜੀ। ਸਕਿੱਲ ਸਿਖਾਉਂਦੇ ਹਾਂ। ਮਤਲਬ ਜਿੱਦਾਂ ਅਗਰ ਕਿਸੇ ਨੇ ਫੈਸ਼ਨ ਡਿਜ਼ਾਈਨਿੰਗ ਕਰਨੀ ਹੈ, ਸੋਸ਼ਲ ਮੀਡੀਆ ਮੈਨੇਜਮੈਂਟ ਕੋਰਸਿਸ ਕਰਨੇ ਨੇ, ਉਹ ਫੋਟੋਗ੍ਰਾਫੀ ਸਿੱਖਣੀ ਹੈ, ਸੋ ਕੁੜੀਆਂ ਮੁੰਡੇ ਆਪਣੇ ਪੈਰਾਂ 'ਤੇ ਖੜੇ ਹੋਣ, ਤੇ ਉਹਦੇ ਲਈ ਉਹਨਾਂ ਨੂੰ ਹੱਥੀਂ ਕੰਮ ਕਰਾਉਣਾ, ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਦੇਣਾ ਜਿਹਦੇ ਨਾਲ ਉਹ ਮਤਲਬ ਉਹ ਆਪਣੀ ਰੋਜ਼ੀ ਆਪ ਕਮਾ ਸਕਣ, ਉਹੀ ਮੇਰਾ ਮਕਸਦ ਹੈ ਤੇ ਉਸ। ਉਹਦੇ ਨਾਲ ਅਗਰ ਕਿਸੇ ਨੇ ਜੁੜਨਾ ਵੀ ਹੋਏ ਤਾਂ ਕਿਸ ਤਰ੍ਹਾਂ, ਉਹ ਆਨਲਾਈਨ ਸਰਚ ਕਰਕੇ ਜੁੜ ਉਹ ਸਕਦਾ? ਹਾਂਜੀ, ਇੰਸਟਾਗ੍ਰਾਮ ਤੇ ਉਹਦਾ ਪੇਜ ਹੈ ਦ ਜੀ। ਸ਼ੈਲਟਰਸ ਦੇ ਨਾਮ ਤੋਂ, ਉਹਦੇ ਨਾਲ ਜੁੜ ਸਕਦਾ। ਜੀ। ਤੇ ਅਖੀਰ ਦੇ ਵਿੱਚ ਜੀ ਵੂਮਨ ਡੇਜ਼ ਦੇ ਉੱਪਰ ਕੀ ਕਹਿਣਾ ਚਾਹੋਗੇ ਜੀ? ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਦੇ ਅੰਦਰ ਬਹੁਤ ਪੋਸੀਬਿਲਿਟੀ ਹੈ। ਤੁਸੀਂ ਜੇ ਸੁਪਨੇ ਵੇਖੇ ਨੇ ਤੇ ਆਪਣੇ ਸੁਪਨੇ ਜ਼ਰੂਰ ਪੂਰੇ ਕਰੋ, ਔਰ ਜਿੰਨੇ ਵੀ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਮਾਂ-ਪਿਓ ਨੇ, ਉਹਨਾਂ ਦੇ ਭੈਣ-ਭਰਾ ਨੇ, ਉਹਨਾਂ ਦੇ ਨਾਲ ਚੁਗਿਰਦੇ 'ਚ ਜਿੰਨੇ ਵੀ ਲੋਕ ਨੇ, ਅਗਰ ਤੁਹਾਡੇ ਆਲੇ ਦੁਆਲੇ 'ਚ ਕੋਈ ਇਹੋ ਜਿਹੀ ਕੁੜੀ ਹੈ ਜਿਹਦੇ ਅੰਦਰ ਜ਼ਿੰਦਗੀ ਨੂੰ ਭਰਪੂਰ ਜੀਣ ਦੀ ਤਮੰਨਾ ਹੈ, ਤਾਂ ਉਸ ਨੂੰ ਖੰਭ ਦਿਓ, ਉਹਨੂੰ ਉੱਡਣ ਦੇ ਲਈ ਅਸਮਾਨ ਦਿਓ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੇ ਸਿਰ ਦਾ ਤਾਜ ਬਣੇ, ਤੁਹਾਡਾ ਮਾਣ ਬਣੇ, ਔਰ ਆਪਣੇ ਦੇਸ਼ ਦਾ ਤੇ ਆਪਣੇ ਕਮਿਊਨਿਟੀ ਦਾ ਨਾਮ ਰੌਸ਼ਨ ਕਰੇ। ਥੈਂਕ ਯੂ ਜੀ। ਬਹੁਤ ਥੈਂਕ ਯੂ ਬਹੁਤ ਬਹੁਤ ਬਹੁਤ। ਮਿਹਰਬਾਨੀ। ਥੈਂਕ ਯੂ।